ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 29ਵਾਂ ਚੌਥੇ ਕਾਂਡ ਦਾ 8ਵਾਂ ਭਾਗ ਸ੍ਰੀ ਅਕਾਲ ਤਖਤ ਸਾਹਿਬ ਵੱਲ ਲਿਖੀ ਚਿੱਠੀ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਤੀ 30 ਨਵੰਬਰ 1988 ਨੂੰ ਡਬਲ ਰਜਿਸਟਰੀ ਰਾਹੀਂ ਚਿੱਠੀ ਦੇ ਰੂਪ ਵਿੱਚ ਇੱਕ ਬੇਨਤੀ ਪੱਤਰ ਪ੍ਰੋਫੈਸਰ ਦਰਸ਼ਨ ਸਿੰਘ ਜੀ, ਉਸ ਸਮੇਂ ਦੇ ਜਥੇਦਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵਿੱਚ ਭੇਜਿਆ ਸੀ। ਉਸ ਚਿੱਠੀ ਵਿੱਚ ਕੁਝ ਗੁਰਬਾਣੀ ਸ਼ਬਦਾਂ ਦੀ ਅਯੋਗ ਵਰਤੋਂ ਬਾਰੇ ਰੋਸ ਮਾਤਰ ਕੀਤਾ ਗਿਆ ਸੀ ਅਤੇ ਕੁਝ ਸਿਆਸੀ ਵਿਚਾਰਾਂ ਕੀਤੀਆਂ ਸਨ ਅਤੇ ਆਪਣੀ ਤੁਸ਼ ਬੁੱਧੀ ਅਨੁਸਾਰ ਕੁਝ ਸੁਝਾਅ ਵੀ ਲਿਖ ਭੇਜੇ ਸਨ। ਜਥੇਦਾਰ ਸਾਹਿਬ ਜੀ ਵੱਲੋਂ ਉੱਤਰ ਨਾ ਆਉਣ ਤੇ ਉਸ ਚਿੱਠੀ ਦਾ ਉਤਾਰਾ ਅਖਬਾਰਾਂ ਨੂੰ ਭੇਜ ਦਿੱਤਾ ਗਿਆ ਸੀ। ਹਫ਼ਤਾਵਾਰ ਅਖਬਾਰ ਚੜ੍ਹਦੀ ਕਲਾ, ਜੋ ਵੈਨਕੂਵਰ ਕੈਨੇਡਾ ਤੋਂ ਨਿਕਲਦਾ ਹੈ, ਦੇ ਅਪ੍ਰੈਲ 1999 ਦੇ ਅੰਕਾਂ ਵਿੱਚ ਛਪਿਆ, ਜੋ ਇਸ ਤਰ੍ਹਾਂ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਿਤੀ ਨਵੰਬਰ 30 1988। ਸਤਿਕਾਰਯੋਗ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਬਾਣੀ ਦੀਆਂ ਵਿਆਖਿਆ ਸਹਿਤ ਰਸ ਭਿੰਨੇ ਕੀਰਤਨ ਦੀਆਂ ਟੇਪਾਂ ਸੁਣ ਕੇ ਬਿਨਾਂ ਦਰਸ਼ਨ ਕੀਤਿਆਂ ਆਪ ਜੀ ਪ੍ਰਤੀ ਅਥਾਹ ਸ਼ਰਧਾ ਬਣਾ ਲੈਣ ਵਾਲਾ ਦਾਸ ਗੁਰਸਿੱਖੀ ਵਿਦਿਆਲੇ ਵਿੱਚ ਦਾਖਲ ਹੋਇਆ ਨਿਮਾਣਾ ਜਿਹਾ ਵਿਦਿਆਰਥੀ ਹੋਣ ਦੇ ਨਾਤੇ ਗੁਰਮਤਿ ਸੰਬੰਧੀ ਜਾਣਕਾਰੀ ਵਧਾਉਣ ਦੀ ਲਾਲਸਾ ਰੱਖਦਾ ਹੈ। ਗੁਰਮਤਿ ਸੰਬੰਧੀ ਜਾਣਕਾਰੀ ਵਧਾਉਣ ਦੀ ਭੁੱਖ ਕਾਰਨ ਅਤੇ ਕੁਝ ਸ਼ੰਕਿਆਂ ਦੀ ਨਿਵਰਤੀ ਲਈ ਇਹ ਪੱਤਰ ਆਪ ਜੀ ਦੀ ਸੇਵਾ ਵਿੱਚ ਲਿਖਣ ਦੀ ਗੁਸਤਾਖੀ ਕਰ ਰਿਹਾ ਹਾਂ। ਅਜਿਹੀ ਦਲੇਰੀ ਉਸ ਸਾਖੀ ਤੋਂ ਉਤਪੰਨ ਹੋਈ ਹੈ ਜਿਹੜੀ ਕਲਗੀਧਰ ਜੀ ਦੇ ਦਾਦੂ ਜੀ ਦੀ ਕਬਰ ਵੱਲ ਤੀਰ ਝੁਕਾਉਣ ਨਾਲ ਸੰਬੰਧਿਤ ਹੈ। ਨਹੀਂ ਤਾਂ ਜਿਸ ਪਦਵੀ ਤੇ ਆਪ ਜੀ ਬਿਰਾਜਮਾਨ ਹੋ, ਕਿਸੇ ਪ੍ਰਕਾਰ ਦਾ ਕਿੰਤੂ ਹੋਣਾ ਕੌਮੀ ਬਦਕਿਸਮਤੀ ਹੈ। ਸ਼ੰਕੇ ਨਰੋਲ ਗੁਰਬਾਣੀ ਪ੍ਰਤੀ ਸ਼ਰਧਾ ਅਥਵਾ ਪੰਥਕ ਹਿੱਤਾਂ ਵਾਸਤੇ ਉੱਠਦੀਆਂ ਪੀੜਾਂ ਭਰਪੂਰ ਭਾਵਨਾਵਾਂ ਕਾਰਨ ਉਤਪੰਨ ਨਾ ਹੋਏ ਹੁੰਦੇ ਤਾਂ ਇਹ ਚਿੱਠੀ ਭੇਜ ਕੇ ਆਪ ਜੀ ਦਾ ਕੀਮਤੀ ਸਮਾਂ ਖਰਚ ਨਾ ਕਰਾਉਂਦਾ। ਸ਼ੰਕਿਆਂ ਦਾ ਵੇਰਵਾ ਇਸ ਪ੍ਰਕਾਰ ਹੈ। ਨੰਬਰ 1, ਸ੍ਰੀ ਆਸਾ ਜੀ ਕੀ ਵਾਰ ਦੀਆਂ ਵਿਆਖਿਆ ਸਹਿਤ ਟੇਪਾਂ ਸਿੱਖ ਸ਼ਰਧਾਲੂ ਨੂੰ ਆਪ ਜੀ ਦੀ ਵਡਮੁੱਲੀ ਦੇਣ ਹੈ। ਗੁਰਬਾਣੀ ਦੀ ਜਾਣਕਾਰੀ ਰੱਖਣ ਦੀ ਸਿੱਖ ਵਾਲਾ ਸਿੱਖ ਜਗਤ ਆਪ ਜੀ ਦਾ ਦਿਲੋਂ ਰਿਣੀ ਹੈ। 15ਵੀਂ ਪੌੜੀ ਨਾਲ ਸੰਬੰਧਿਤ ਸ਼ਲੋਕ ਦੀ ਤੁਕ ਲੈ ਪਹਾੜ ਕਰੇ ਵਿਆਹ ਦੀ ਵਿਆਖਿਆ ਕਰਦਿਆਂ ਸਰੋਤੇ ਦੇ ਮਨ ਤੇ ਆਪਣੀ ਮਰਜ਼ੀ ਦਾ ਪ੍ਰਭਾਵ ਪਾਉਣ ਲਈ ਤੁਸਾਂ ਆਸਾ ਮਹੱਲਾ 3 ਪੱਟੀ ਲਿਖੀ ਬਾਣੀ ਵਿੱਚੋਂ ਇਹ ਤੁਕ ਵੀ ਗਾਇਨ ਕੀਤੀ ਹੈ। ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ, ਤੇ ਵਿਆਖਿਆ ਵਿੱਚ ਇਹ ਫਰਮਾਨ ਕੀਤਾ ਹੈ, ਕਿਸੇ ਗ੍ਰੰਥੀ ਜਾਂ ਰਾਗੀ ਨੂੰ ਧੀ ਦੇ ਵਿਆਹ ਸਮੇਂ ਕੋਈ ਭਾੜਾ ਅਥਵਾ ਕਿਰਾਇਆ ਆਦਿ ਮੰਗ ਕੇ ਕੁਝ ਨਹੀਂ ਲੈਣਾ ਚਾਹੀਦਾ, ਪਰ ਜੇ ਕੁਝ ਦਾਨ ਵਾਂਗ ਸ਼ਰਧਾ ਜਾਂ ਆਪਣੀ ਮਰਜ਼ੀ ਨਾਲ ਦਿੱਤਾ ਜਾਵੇ ਤਾਂ ਉਹ ਲੈ ਲੈਣਾ ਠੀਕ ਹੈ। ਇਹ ਸੁਣ ਕੇ ਬੇਚੈਨੀ ਪੈਦਾ ਹੋਣ ਦਾ ਕਾਰਨ ਇਹ ਹੈ ਕਿ ਤੀਸਰੇ ਗੁਰੂ ਨਾਨਕ ਦੇਵ ਜੀ ਦੇ ਜਿਸ ਸ਼ਲੋਕ ਵਿੱਚੋਂ ਤੁਸਾਂ ਤੁਕ ਵਰਤੀ ਸੀ, ਉਸ ਵਿੱਚ ਦਾਨ ਲੈਣ ਦੀ ਵੀ ਬੜੀ ਸਖਤੀ ਨਾਲ ਮਨਾਹੀ ਕੀਤੀ ਹੋਈ ਹੈ। ਸੋ ਪਹਿਲਾ ਸ਼ੰਕਾ ਇਹ ਹੈ ਕਿ ਪਾਵਨ ਸ਼ਲੋਕ ਦੇ ਉਸ ਹਿੱਸੇ ਦਾ ਗਾਇਨ ਨਾ ਕਰਨ ਦਾ ਅਤੇ ਭੁਲੇਖਾ ਪਾਊ ਅਰਥ ਦਾ ਕੀ ਕਾਰਨ ਸੀ। ਭਾਵੇਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਹੀ ਹੋਵੋਗੇ, ਫਿਰ ਵੀ ਯਾਦ ਤਾਜ਼ਾ ਕਰਵਾਉਣ ਲਈ ਪੂਰਾ ਸ਼ਲੋਕ ਲਿਖ ਰਿਹਾ ਹਾਂ, ਜੋ ਇਸ ਪ੍ਰਕਾਰ ਹੈ। ਸਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ, ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ, ਏਤ ਧਾਨ ਖਾਧੈ ਤੇਰਾ ਜਨਮ ਗਿਆ। ਪੰਨਾ 435। ਪੁੱਤਰੀ ਦੇ ਵਿਆਹ ਤੇ ਸੰਤਾਨ ਦੇ ਬਹਾਨੇ ਵੀ ਕੋਈ ਧਨ ਲੈਣ ਨੂੰ ਗੁਰਦੇਵ ਜੀ ਨੇ ਕਿੱਡੇ ਕਰੜੇ ਸ਼ਬਦਾਂ ਵਿੱਚ ਰੋਕਿਆ ਹੈ। ਗੁਰਬਾਣੀ ਵਿਚਾਰ ਤੋਂ ਸਪਸ਼ਟ ਹੋ ਰਿਹਾ ਹੈ ਕਿ ਪਹਿਲੇ ਸਰੂਪ ਸਮੇਂ ਗੁਰੂ ਨਾਨਕ ਦੇਵ ਜੀ ਨੇ ਭਾੜੇ ਦੀ ਉਸ ਰਸਮ ਨੂੰ ਨਿੰਦਿਆ ਸੀ ਜਿਹੜੀ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣ ਨੇ ਚਾਲੂ ਕੀਤੀ ਹੋਈ ਸੀ। ਪਰ ਜਦ ਧਰਮ ਦੇ ਲਾਲਚੀ ਅਤੇ ਚਲਾਕ ਠੇਕੇਦਾਰਾਂ ਨੇ ਦਾਨ ਦਾ ਭੁਲੇਖਾ ਪਾ ਕੇ ਧੀਆਂ ਵਾਲਿਆਂ ਨੂੰ ਲੁੱਟਣਾ ਆਰੰਭ ਕਰ ਦਿੱਤਾ ਤਾਂ ਉਸ ਸਮੇਂ ਦੇ ਸਮਾਜ ਵੱਲੋਂ ਲਤਾੜੀ ਹੋਈ
ਨਿਮਾਣੀ ਇਸਤਰੀ ਜਾਤੀ ਨਾਲ ਅਥਾਹ ਹਮਦਰਦੀ ਰੱਖਣ ਵਾਲੇ ਗੁਰੂ ਨਾਨਕ ਜੀ ਨੇ ਆਪਣੇ ਤੀਸਰੇ ਸਰੂਪ ਵਿੱਚ ਦਾਨ ਦੇ ਬਹਾਨੇ ਮਚਾਈ ਲੁੱਟ ਨੂੰ ਵੀ ਬੜੇ ਕਰੜੇ ਸ਼ਬਦਾਂ ਵਿੱਚ ਖੰਡਨ ਕੀਤਾ। ਦਾਜ ਦੇ ਰੂਪ ਵਿਚਲੇ ਦਾਨ ਨੂੰ ਵੀ ਭਾਵੇਂ ਨਾਲ ਹੀ ਰੋਕਿਆ ਗਿਆ ਸੀ, ਪਰ ਆਪਣੇ ਚੌਥੇ ਸਰੂਪ ਸਮੇਂ ਦਾਜ ਦੀ ਵਿਰੋਧਤਾ ਵਿੱਚ ਇਉਂ ਫਰਮਾਨ ਕੀਤਾ, ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਅਹੰਕਾਰ ਕੱਚ ਪਾਜੋ। ਪੰਨਾ 79। ਆਪ ਜੀ ਨੇ ਜਿਵੇਂ ਸ਼ਲੋਕ ਦੀ ਤੁਕ ਲੈ ਕੇ ਆਪਣੇ ਨਿੱਜੀ ਆਸ਼ੇ ਦੀ ਪ੍ਰੋੜਤਾ ਲਈ ਵਰਤੀ ਹੈ, ਇਸ ਤੋਂ ਸ਼ਰਾਰਤੀ ਦਿਮਾਗ ਨੂੰ ਬੜਾ ਦੁਖਦਾਈ ਕਿਸਮ ਦਾ ਉਤਸ਼ਾਹ ਮਿਲਣ ਦਾ ਡਰ ਹੈ। ਜਿਵੇਂ ਜੇ ਕੋਈ ਉਧਾਰ ਲੈ ਕੇ ਮੁੱਕਰ ਜਾਣ ਲਈ ਜਪਜੀ ਸਾਹਿਬ ਵਿੱਚੋਂ ਇਹ ਤੁਕ ਪੜ੍ਹ ਸੁਣਾਏ, ਕੇਤੇ ਲੈ ਲੈ ਮੁੱਕਰ ਪਾਹੇ, ਅਤੇ ਪੂਰੀ ਪੌੜੀ ਦਾ ਅਰਥ ਸਮਝ ਕੇ ਦਰੁਸਤੀ ਕਰਨ ਦੀ ਗੱਲ ਕਰਨ ਵਾਲੇ ਨੂੰ ਅੱਗੋਂ ਇਹ ਉੱਤਰ ਮਿਲੇ ਕਿ ਜਦ ਅਕਾਲ ਤਖਤ ਦੇ ਜਥੇਦਾਰ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਆਪਣੇ ਮਤਲਬ ਲਈ ਗੁਰਬਾਣੀ ਦੀ ਕੋਈ ਤੁਕ ਵਰਤ ਸਕਦੇ ਹਨ, ਤਾਂ ਮੈਂ ਕਿਉਂ ਨਹੀਂ ਵਰਤ ਸਕਦਾ। ਕਿਰਪਾ ਕਰਕੇ ਇਹ ਸਮਝਾਉਣ ਦੀ ਖੇਚਲ ਵੀ ਕਰ ਦੇਣੀ ਕਿ ਜਦ ਅਜਿਹੀ ਸਮੱਸਿਆ ਬਣ ਜਾਵੇ ਤਾਂ ਅੱਗੋਂ ਕੀ ਉੱਤਰ ਦਿੱਤਾ ਜਾਇਆ ਕਰੇ। ਨੰਬਰ 2, ਆਪ ਜੀ ਦੇ ਭਾਸ਼ਣਾਂ ਵਿੱਚ ਮਾਲਾ ਅਥਵਾ ਸਿਮਰਨਾ ਫੇਰਨ ਦਾ ਬੜੀ ਵਾਰੀ ਜ਼ਿਕਰ ਆਉਂਦਾ ਹੈ ਕਿ ਆਪ ਜੀ ਕੋਈ ਸ਼ਬਦ ਅਥਵਾ ਸ਼ਲੋਕ ਅਜਿਹਾ ਦੱਸ ਸਕਦੇ ਹੋ ਜਿਸ ਤੋਂ ਇਹ ਸਪਸ਼ਟ ਹੋ ਜਾਵੇ ਕਿ ਗੁਰਦੇਵ ਜੀ ਮਾਲਾ ਜਾਂ ਪ੍ਰਚਲਿਤ ਸਿਮਰਨੇ ਨੂੰ ਪ੍ਰਭੂ ਦਾ ਨਾਮ ਸਿਮਰਨ ਦਾ ਅਥਵਾ ਭਗਤੀ ਦਾ ਅੰਗ ਸਮਝਦੇ ਹਨ। ਦਾਸ ਦੀ ਜਾਣਕਾਰੀ ਵਿੱਚ ਤਾਂ ਸਤਿਗੁਰਾਂ ਨੇ ਮਾਲਾ ਦੀ ਵਰਤੋਂ ਕਰਨ ਵਾਲਿਆਂ ਨੂੰ ਠੱਗ ਕਿਹਾ ਹੈ, ਅਰਥਾਤ ਭਗਤੀ ਦਾ ਵਿਖਾਵਾ ਕਰਨ ਲਈ ਕਿਸੇ ਦ੍ਰਿਸ਼ਟਮਾਨ ਅਥਵਾ ਨਾਸ਼ਵੰਤ ਪਦਾਰਥਾਂ ਦਾ ਆਸਰਾ ਲੈਣ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਨੇ ਕਰਮਕਾਂਡੀ ਪਾਖੰਡ ਫੁਰਮਾਨ ਕੀਤਾ ਹੈ। ਗੁਰਬਾਣੀ ਸ਼ਬਦਾਂ ਦੇ ਆਧਾਰ ਤੇ ਇਸ ਭਰਮ ਨੂੰ ਮਿਟਾਉਣ ਦੀ ਮਿਹਰ ਕਰ ਦੇਣੀ ਜੀ। ਨੰਬਰ 3, ਗੁਰਬਾਣੀ ਦੇ ਇਸ ਫੁਰਮਾਨ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ, ਪੰਨਾ 1204 ਦੇ ਅਰਥ ਗੁਰੂ ਨਾਨਕ ਜੀ ਦੀ ਸਾਖੀ ਜਦੋਂ ਟੁੱਟ ਜਾਣ ਵਾਲੇ ਅਥਵਾ ਸੜ ਕੇ ਖਤਮ ਹੋ ਜਾਣ ਵਾਲੇ ਨਾਸ਼ਵੰਤ ਜਨੇਊ ਦੇ ਪਾਉਣ ਤੋਂ ਨਾ ਕਰਕੇ ਸਤਿਗੁਰਾਂ ਨੇ ਸਦਾ ਨਾਲ ਨਿਭਣ ਵਾਲੇ ਅਜਿਹੇ ਜਨੇਊ ਦੀ ਮੰਗ ਕੀਤੀ ਸੀ ਜਿਸ ਨੂੰ ਮੌਤ ਵੀ ਜੁਦਾ ਨਾ ਕਰ ਸਕੇ ਦੇ ਆਧਾਰ ਤੇ ਵਿਚਾਰੇ ਤਾਂ ਦਾਸ ਦੀ ਬੁੱਧੀ ਨੇ ਇਹ ਪਕੜ ਕਰ ਲਈ ਕਿ ਅਬਨਾਸ਼ੀ ਪ੍ਰਭੂ ਤੱਕ ਪਹੁੰਚ ਬਣਾਉਣ ਲਈ ਕਿਸੇ ਨਾਸ਼ਵੰਤ ਪਦਾਰਥ ਨੂੰ ਆਸਰਾ ਨਹੀਂ ਬਣਾਉਣਾ ਚਾਹੀਦਾ। ਗੁਰਬਾਣੀ ਨੇ ਨਾਸ਼ਵੰਤ ਸਰੀਰ ਨਾਲ ਕੀਤੇ ਜਪਾਂ ਤਪਾਂ ਅਤੇ ਯੋਗ ਸਾਧਨਾ ਆਦਿ ਨੂੰ ਖੰਡਨ ਕਰਕੇ ਹਿਰਦੇ ਵਿਚਲੇ ਪਿਆਰ ਅਤੇ ਚੀਤ ਨਰੰਜਨ ਨਾਲ ਰੱਖਣ ਨੂੰ ਹੀ ਪ੍ਰਭੂ ਮਿਲਾਪ ਦਾ ਸਾਧਨ ਮੰਨਿਆ ਹੈ। ਤੁਸਾਂ ਵੀ ਆਪਣੇ ਕਈ ਭਾਸ਼ਣਾਂ ਵਿੱਚ ਹਰ ਉਸ ਨਿਯਮ ਦੀ ਖੰਡਨਾ ਕੀਤੀ ਹੋਈ ਹੈ ਜਿਹੜਾ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ। ਫਿਰ ਆਪ ਜੀ ਦੇ ਭਾਸ਼ਣਾਂ ਵਿੱਚ ਇਹ ਸੁਣ ਕੇ ਬੜੀ ਹੈਰਾਨੀ ਹੋਈ ਹੈ ਕਿ ਪਾਣੀ ਨਾਲ ਸਿੱਖ ਧਰਮ ਦਾ ਬੜਾ ਡੂੰਘਾ ਸੰਬੰਧ ਹੈ। ਤਿੰਨਾਂ ਦਰਿਆਵਾਂ ਸਿਉ ਦੋਸਤੀ ਪੰਕਤੀ ਗਾਇਨ ਕਰਕੇ ਜਿਹੜੀ ਤੁਸਾਂ ਵਿਆਖਿਆ ਕੀਤੀ ਹੈ ਉਸ ਤੋਂ ਇਹੀ ਸਪਸ਼ਟ ਹੋ ਰਿਹਾ ਹੈ ਕਿ ਚੌਥੇ ਪਹਿਰ ਸੁਬਾਹ ਦੇ ਉੱਠਣ ਵਾਲੇ ਸੁਰਤੇ ਨੂੰ ਆਪਣੇ ਦੋਸਤਾਂ ਦੀ ਭਾਵ ਦਰਿਆਵਾਂ ਦੀ ਹੀ ਭਾਲ ਹੁੰਦੀ ਹੈ। ਭਲਾ ਜੇ ਸੁਰਤੇ ਦੀ ਰਿਹਾਇਸ਼ ਦੇ 15-20 ਮੀਲ ਤੱਕ ਕੋਈ ਦਰਿਆ ਅਥਵਾ ਨਦੀ ਨਾਲਾ ਨਾ ਹੋਵੇ ਤਾਂ ਫਿਰ ਯਾਰ ਤੋਂ ਦੂਰ ਰਹਿ ਕੇ ਉਸ ਵਿਚਾਰੇ ਦਾ ਕੀ ਹਾਲ ਹੁੰਦਾ ਹੋਵੇਗਾ। ਕਿਰਪਾ ਕਰਕੇ ਇਹ ਸਮਝਾ ਦੇਣ ਦੀ ਖੇਚਲ ਕਰ ਦੇਣੀ ਕਿ ਕੀ ਕਿਤੇ ਤੜਕੇ ਉੱਠਣ ਵਾਲੇ ਸੁਰਤੇ ਨੂੰ ਪਾਣੀ ਵਾਲਿਆਂ ਦਰਿਆਵਾਂ ਦੇ ਥਾਂ ਇਨ੍ਹਾਂ ਗੁਰਬਾਣੀ ਸ਼ਬਦਾਂ ਵਾਲੇ ਦਰਿਆਵਾਂ ਦੀ ਭਾਲ ਤਾਂ ਨਹੀਂ ਹੁੰਦੀ ਜੀ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆਂ ਦੁਰਮਤ ਮੈਲ ਹਰੇ, ਪੰਨਾ 1329। ਮਨ ਕਮੀਨ ਕਮ ਤਰੀਨ ਤੂੰ ਦਰਿਆਓ ਖੁਦਾਇਆ, ਪੰਨਾ 1291। ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆਓ, ਪੰਨਾ 17। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖਤੋਵੈ, ਪੰਨਾ 1392। ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ, ਪੰਨਾ 1411। ਨੰਬਰ 4, ਦਸ਼ਮੇਸ਼ ਜੀ ਦਾ ਉਚਾਰਿਆ ਸ਼ਬਦ ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੇ ਦਾ ਮਨੋਹਰ ਗਾਇਨ ਕਰਕੇ
ਯੁੱਧ ਦੇ ਅਰਥਾਂ ਨੂੰ ਰਾਜ ਸੱਤਾ ਦੀ ਪ੍ਰਾਪਤੀ ਦੇ ਸੰਘਰਸ਼ ਲਈ ਲੋਕਾਂ ਨੂੰ ਉਭਾਰਨ ਲਈ ਵਰਤਿਆ ਹੈ। ਸ਼ਾਇਦ ਇਹ ਟੇਪ ਕਿਸੇ ਸਿਆਸੀ ਕਾਨਫਰੰਸ ਸਮੇਂ ਕੀਤੇ ਕੀਰਤਨ ਦੀ ਹੈ, ਪਰ ਆਸਾ ਕੀ ਵਾਰ ਦੇ ਕੀਰਤਨ ਵਾਲੀ ਟੇਪ ਵਿੱਚ ਇਸੇ ਹੀ ਸ਼ਬਦ ਦੀ ਵਿਆਖਿਆ ਕਰਦਿਆਂ ਯੁੱਧ ਦਾ ਅਰਥ ਕਾਮ, ਕ੍ਰੋਧ ਆਦਿ 5 ਵਿਕਾਰਾਂ ਵਿਰੁੱਧ ਜੰਗ ਕਰਕੇ ਉਹਨਾਂ ਤੇ ਫਤਿਹ ਪਾ ਕੇ ਹਿਰਦਾ ਘਰ ਪ੍ਰਭੂ ਮਿਲਾਪ ਲਈ ਸਾਫ਼ ਕਰਨ ਦੇ ਉਪਦੇਸ਼ ਲਈ ਵਰਤਿਆ ਹੈ। ਸੋ ਕਿਰਪਾਲਤਾ ਕਰਕੇ ਇਹ ਸਮਝਾਉਣ ਦੀ ਮਿਹਰ ਕਰੋ ਕਿ ਕੀ ਇਸੇ ਪ੍ਰਕਾਰ ਗੁਰਬਾਣੀ ਸ਼ਬਦਾਂ ਦੇ ਅਰਥ ਬਦਲ ਕੇ ਉਸੇ ਤਰ੍ਹਾਂ ਦੇ ਕਰ ਲੈਣੇ ਚਾਹੀਦੇ ਹਨ ਜਿਨ੍ਹਾਂ ਨਾਲ ਆਪਣੀ ਠੁੱਕ ਵੱਜਦੀ ਹੋਵੇ। ਕੀ ਅਜਿਹਾ ਕਰਨ ਵਿੱਚ ਗੁਰਬਾਣੀ ਦਾ ਅਨਾਦਰ ਤਾਂ ਨਹੀਂ ਹੁੰਦਾ, ਜਾਂ ਕਿ ਇਹ ਗੁਰੂ ਸ਼ਬਦ ਦੀ ਨਿੰਦਿਆ ਕਰਨ ਦਾ ਅਪਰਾਧ ਤੇ ਨਹੀਂ। ਨੰਬਰ 5, ਗੁਰਦੇਵ ਜੀ ਦਾ ਫੁਰਮਾਨ ਹੈ ਕਿ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ, ਪੰਨਾ 808, ਅਥਵਾ ਜੋ ਦੀਸੇ ਸੋ ਸੰਗ ਨ ਗਇਓ, ਸਾਕਤ ਮੂੜ ਲੱਗੇ ਪਚ ਮੋਇਓ, ਪੰਨਾ 241। ਭਾਵ ਨਜ਼ਰ ਆਉਣ ਵਾਲੀ ਹਰ ਚੀਜ਼ ਨਾਸ਼ਵੰਤ ਹੈ ਅਤੇ ਇਸ ਨਾਲ ਮੋਹ ਕਰਨਾ ਜਾਂ ਪੂਜਾ ਕਰਨੀ ਮੂਰਖਤਾ ਹੀ ਹੈ। ਮਨੁੱਖ ਦੇ ਹੱਥਾਂ ਦੇ ਬਣੇ ਧਰਮ ਅਸਥਾਨ ਵੀ ਨਾਸ਼ਵੰਤ ਹਨ। ਗੁਰਬਾਣੀ ਅਨੁਸਾਰ ਇਹਨਾਂ ਮੰਦਰਾਂ ਦੀ ਪੂਜਾ ਕਰਨੀ ਮੂਰਖਤਾ ਹੀ ਹੈ। ਸ਼ਾਇਦ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਆਪ ਜੀ ਨੇ ਗੁਰੂ ਅਮਰਦਾਸ ਜੀ ਦਾ ਉਚਾਰਿਆ ਇਹ ਸ਼ਬਦ ਗਾਵਿਆ ਹੈ, ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ, ਪੰਨਾ 953। ਇਸ ਸ਼ਬਦ ਦਾ ਆਪ ਜੀ ਨੇ ਬੜਾ ਰਾਸਮਈ ਕੀਰਤਨ ਕੀਤਾ, ਜਿਸ ਦੀਆਂ ਰੀਲਾਂ ਅਤੇ ਕੈਸਟ ਟੇਪਾਂ ਕੈਨੇਡਾ ਪੁੱਜ ਕੇ ਹੱਥੋਂ ਹੱਥ ਵਿਕੀਆਂ, ਘਰ ਘਰ ਸੁਣੀਆਂ ਗਈਆਂ। ਦਾਸ ਨੇ ਬੜੇ ਉਤਸ਼ਾਹ ਨਾਲ ਵੀਡੀਓ ਰੀਲ ਵਿੱਚ ਆਪ ਜੀ ਦਾ ਕੀਰਤਨ ਸੁਣਿਆ, ਵਿਆਖਿਆ ਵੀ ਸੁਣੀ। ਇਸੇ ਸਾਧਨ ਦੁਆਰਾ ਪਹਿਲੀ ਵਾਰੀ ਆਪ ਜੀ ਦੇ ਦਰਸ਼ਨ ਵੀ ਕਰ ਲਏ। ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਹਰਿਮੰਦਰ ਸਾਹਿਬ ਬਣਾਉਣ ਦੀ ਅਜੇ ਵਿਚਾਰ ਵੀ ਨਹੀਂ ਸੀ ਚੱਲੀ। ਸਾਰੇ ਜਾਣਦੇ ਹਨ ਕਿ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਪੰਚਮ ਪਾਤਸ਼ਾਹ ਜੀ ਨੇ ਮੀਆਂ ਮੀਰ ਜੀ ਤੋਂ ਰਖਵਾਇਆ ਸੀ। ਤੁਸੀਂ ਇਹ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਗੁਰੂ ਅਮਰਦਾਸ ਜੀ ਨੇ ਕਿਸ ਸ਼ਰਧਾ ਅਤੇ ਕਿਸ ਆਤਮਿਕ ਅਵਸਥਾ ਵਿੱਚ ਵਿਚਰਦਿਆਂ ਕਿਸ ਦਰਦਾਂ ਭਰੇ ਦਿਲ ਨਾਲ ਕਿਸ ਨੂੰ ਹਰਿਮੰਦਰ ਕਿਹਾ ਸੀ। ਪੌੜੀ ਦੀ ਅਗਲੀ ਹੀ ਤੁਕ, ਮਾਨਸ ਦੇਹ ਗੁਰ ਬਚਨੀ ਪਾਇਆ, ਸਭ ਆਤਮ ਰਾਮ ਪਛਾਤਾ, ਪੰਨਾ 953 ਵੀ ਤੁਸਾਂ ਨਾਲ ਹੀ ਗਾਈ ਹੈ। ਪਰ ਉਸ ਸਮੇਂ ਤੁਸੀਂ ਸਿੱਖ ਪੰਥ ਦੇ ਬੇਤਾਜ ਬਾਦਸ਼ਾਹ ਬਣੇ ਬੈਠੇ ਸੋ। ਗੁਰੂ ਮਹਾਰਾਜ ਦੀਆਂ ਸੱਧਰਾਂ ਦਾ ਤੁਸੀਂ ਕਿਉਂ ਖਿਆਲ ਕਰੋ। ਆਪ ਜੀ ਜਿਸ ਪਦਵੀ ਤੇ ਬਿਰਾਜਮਾਨ ਹੋ, ਉਸ ਕਾਰਨ ਆਪ ਜੀ ਦਾ ਹਰ ਫੁਰਮਾਨ ਸਿੱਖ ਧਰਮ ਦਾ ਕਾਨੂੰਨ ਬਣ ਜਾਣਾ ਹੈ। ਇਸ ਲਈ ਤੁਸੀਂ ਇਹ ਫੈਸਲਾ ਵੀ ਆਪ ਹੀ ਕਰ ਦਿਓ ਕਿ ਊੜਾ ਸਾਰੀਆਂ ਕੌਮਾਂ ਦੇ ਇਤਿਹਾਸ ਤੋਂ ਉਲਟ ਇੱਕ ਪੇਸ਼ਾਵਰ ਰਾਗੀ ਨੂੰ ਬਹਾਦਰਾਂ ਦੀ ਕੌਮ ਦਾ ਸਰਬ ਉੱਚ ਜਥੇਦਾਰ ਬਣਾ ਦਿੱਤਾ ਜਾਣ ਨਾਲ ਕਿ ਆਪ ਜੀ ਨੂੰ ਗੁਰਬਾਣੀ ਦਾ ਪੱਕਾ ਸਿਧਾਂਤ ਬਦਲ ਦੇਣ ਦਾ ਅਧਿਕਾਰ ਵੀ ਮਿਲ ਗਿਆ ਸੀ। ਐੜਾ ਤੁਸੀਂ ਜਾਣਦੇ ਸੀ ਕਿ ਗੁਰਬਾਣੀ ਦੇ ਮਹਾਵਾਕ ਹਰਿਮੰਦਰ ਕਿਸ ਨੂੰ ਕਹਿ ਰਹੇ ਹਨ। ਫਿਰ ਵੀ ਤੁਸਾਂ ਜਾਣ ਬੁੱਝ ਕੇ ਗੁਰੂ ਨਾਨਕ ਨਿਰੰਕਾਰੀ ਜੀ ਦੇ ਉਸ ਪਾਵਨ ਪਵਿੱਤਰ ਆਸ਼ੇ ਨੂੰ ਵਿਗਾੜਿਆ, ਜਿਹੜਾ ਉਹਨਾਂ ਨੇ ਕਾਬੇ ਵੱਲ ਆਪਣੇ ਪਾਵਨ ਚਰਨ ਕਰਕੇ ਸੰਸਾਰ ਨੂੰ ਸਮਝਾਇਆ ਸੀ। ਆਪ ਦੇ ਖਿਆਲ ਵਿੱਚ ਕੀ ਰੱਬ ਦਾ ਘਰ ਕੋਈ ਖਾਸ ਕੋਠਾ ਜਾਂ ਬਿਲਡਿੰਗ ਹੁੰਦਾ ਹੈ? ਕੀ ਇਹ ਬਚਨ ਵੀ ਤੁਹਾਡੇ ਖਿਆਲ ਵਿੱਚ ਗਲਤ ਹੀ ਹੈ ਕਿ ਹਿਰਦੇ ਵਿੱਚੋਂ ਵੀ ਮਾਂ ਪਿਰੀ ਕਿਸੇ ਬਿਆਨ ਅਖੜੀਆਂ ਨਾਲ ਹੀ ਨਜ਼ਰੀ ਆ ਸਕਦਾ ਹੈ? ਈੜੀ ਜਿਸ ਸ਼ਰਧਾ ਅਤੇ ਜਿਨ੍ਹਾਂ ਭਾਵਨਾਵਾਂ ਦੇ ਅਸਰ ਅਧੀਨ ਸਤਿਗੁਰਾਂ ਨੇ ਜਿਸ ਨੂੰ ਹਰਿਮੰਦਰ ਫਰਮਾਇਆ ਸੀ, ਉਸ ਹਰਿਮੰਦਰ ਦਾ ਨਾਮ ਤੁਸਾਂ ਕਿਸ ਕਾਰਨ ਨਹੀਂ ਲਿਆ? ਹਾਲਾਂਕਿ ਉਸ ਹਰਿਮੰਦਰ ਨੂੰ ਰਾਤ ਦਿਨ ਵਿਅਰਥ ਢਾਇਆ ਜਾ ਰਿਹਾ ਹੈ, ਭਾਵ ਕਤਲ ਕੀਤਾ ਜਾ ਰਿਹਾ ਹੈ। ਫਿਰ ਵੀ ਤੁਹਾਡੇ ਹਿਰਦੇ ਵਿੱਚੋਂ ਉਸ ਹਰਿਮੰਦਰ ਲਈ ਇੱਕ ਹੌਕਾ ਵੀ ਕਿਸ ਕਾਰਨ ਨਹੀਂ ਨਿਕਲਿਆ? ਸੱਸਾ ਜੈਕਾਰਿਆਂ ਦੀ ਗੂੰਜ ਨਾਲ ਸ਼ਿੰਗਾਰੇ ਹੋਏ ਆਪ ਜੀ ਦੇ ਉਸ ਕੀਰਤਨ ਦੀਆਂ ਟੇਪਾਂ ਵਿੱਚੋਂ ਕਿ ਸਾਰੇ ਰਾਗੀਆਂ ਪ੍ਰਚਾਰਕਾਂ ਨੂੰ ਇਹ ਉਤਸ਼ਾਹ ਨਹੀਂ ਮਿਲਦਾ ਕਿ ਉਹ ਵੀ ਵਾਹ ਵਾਹ ਖੱਟਣ ਲਈ ਗੁਰਬਾਣੀ ਨੂੰ ਆਪਣੀ ਮਨਸ਼ਾ ਅਨੁਸਾਰ ਵਰਤ ਸਕਦੇ ਹਨ। ਜਿਸ ਗੁਰਬਾਣੀ ਨੂੰ ਬ੍ਰਹਮ ਵਿਚਾਰ ਫਰਮਾਨ ਕੀਤਾ ਹੋਇਆ ਹੈ ਕਿ ਉਸੇ ਗੁਰਬਾਣੀ ਦੇ ਅਰਥ ਵਿਗਾੜ ਕੇ ਸਿਆਸੀ ਮੰਤਵਾਂ ਲਈ ਵਰਤਿਆ ਜਾ ਸਕਦਾ ਹੈ।
ਹਾਹਾ ਕਿ ਸਿੱਖ ਇਤਿਹਾਸ ਇਹ ਗਵਾਹੀ ਨਹੀਂ ਭਰਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗੀ ਜੋਸ਼ ਭਰਨ ਲਈ ਢਾਡੀਆਂ ਤੋਂ ਸੇਵਾ ਲਈ ਸੀ। ਗੁਰਬਾਣੀ ਦੇ ਕੀਰਤਨੀਆਂ ਨੂੰ ਅਜਿਹਾ ਜੋਸ਼ ਦਿਵਾਉਣ ਲਈ ਕਦੇ ਵੀ ਨਹੀਂ ਸੀ ਵਰਤਿਆ। ਕੀ ਇਹ ਸਪਸ਼ਟ ਸੰਕੇਤ ਨਹੀਂ ਹੈ ਕਿ ਬ੍ਰਹਮ ਵਿਚਾਰ ਵਾਲੀ ਬਾਣੀ ਦੇ ਅਰਥ ਵਿਗਾੜ ਕੇ ਜੰਗੀ ਜੋਸ਼ ਦਿਵਾਉਣ ਲਈ ਵਰਤਣਾ ਮਹਾਪਾਪ ਹੈ। ਸਿਆਸੀ ਵਿਚਾਰਾਂ ਦੁਸ਼ਮਣ ਬਾਤ ਕਰੇ ਅਣਹੋਣੀ। 1947 ਵਿੱਚ ਹੋਈ ਦੇਸ਼ ਦੀ ਵੰਡ ਨੂੰ ਕੋਈ ਬਹੁਤਾ ਸਮਾਂ ਨਹੀਂ ਸੀ ਹੋਇਆ ਕਿ ਸਿੱਖ ਲੀਡਰਾਂ ਨੇ ਲਗਭਗ ਸਾਰੇ ਦੀਵਾਨਾਂ ਅਥਵਾ ਕਾਨਫਰੰਸਾਂ ਵਿੱਚ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਕਾਂਗਰਸੀ ਲੀਡਰਾਂ ਨੇ ਸਿੱਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ, ਲਿਖਤੀ ਬਚਨ ਕਰਕੇ ਵੀ ਕਾਂਗਰਸੀ ਸਰਕਾਰ ਮੁੱਕਰ ਗਈ ਹੈ ਆਦਿ। ਨਿਰਾ ਜ਼ੁਬਾਨੀ ਹੀ ਨਹੀਂ, ਅਜਿਹੇ ਰੋਸ ਨੂੰ ਪ੍ਰਚਾਰਨ ਵਾਸਤੇ ਅਖਬਾਰਾਂ ਦੀ ਵੀ ਖੁੱਲ੍ਹੀ ਵਰਤੋਂ ਕੀਤੀ ਗਈ ਅਤੇ ਕਈ ਜ਼ਬਾਨਾਂ ਵਿੱਚ ਕਿਤਾਬਾਂ ਵੀ ਛਾਪੀਆਂ। ਕਾਂਗਰਸੀ ਅਥਵਾ ਹਿੰਦੂ ਸਰਕਾਰ ਨੂੰ ਮੁਗਲੀਆ ਸਰਕਾਰਾਂ ਨਾਲੋਂ ਕਈ ਗੁਣਾ ਵੱਧ ਖਤਰਨਾਕ ਵੀ ਕਿਹਾ। ਕਾਂਗਰਸੀ ਹਿੰਦੂ ਨੂੰ ਪਰਲੇ ਦਰਜੇ ਦਾ ਵਿਸ਼ਵਾਸਘਾਤ, ਅਕਿਰਤਘਣ ਅਤੇ ਸਿੱਖੀ ਦਾ ਪੱਕਾ ਦੁਸ਼ਮਣ ਕਹਿ ਕੇ ਭੰਡੀ ਪ੍ਰਚਾਰ ਵੀ ਕੀਤਾ ਗਿਆ ਅਤੇ ਅਜਿਹਾ ਪ੍ਰਚਾਰ ਅੱਜ ਤੱਕ ਨਿਰੰਤਰ ਹੋਈ ਜਾ ਰਿਹਾ ਹੈ। ਸਰਦਾਰ ਕਪੂਰ ਸਿੰਘ ICS ਨੇ ਵੀ ਆਪਣੀ ਪੁਸਤਕ ਸਾਚੀ ਸਾਖੀ ਵਿੱਚ ਹਿੰਦੂ ਸਰਕਾਰ ਨੂੰ ਵਿਸ਼ਵਾਸਘਾਤੀ ਖਤਰਨਾਕ ਦੁਸ਼ਮਣ ਸਾਬਤ ਕਰਨ ਲਈ ਅੱਡੀਆਂ ਤੱਕ ਜ਼ੋਰ ਲਾਇਆ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪੰਥਕ ਲੀਡਰਾਂ ਨੇ ਇਸ ਸਰਕਾਰ ਨੂੰ ਦਿਲੋਂ ਦੁਸ਼ਮਣ ਮੰਨ ਲੈਣ ਦੇ ਥਾਂ ਇਸ ਨੂੰ ਕਿਸੇ ਭੁਲੇਖੇ ਕਾਰਨ ਕੁਰਾਹੇ ਪਈ ਅਥਵਾ ਰੁੱਸੀ ਹੋਈ ਮਾਂ ਹੀ ਸਮਝਿਆ ਹੈ। ਆਪ ਜੀ ਦੇ ਸਿਆਸੀ ਭਾਸ਼ਣਾਂ ਜਿਹੜੇ ਤੁਸੀਂ ਗੁਰਬਾਣੀ ਸ਼ਬਦਾਂ ਦੇ ਆਧਾਰ ਤੇ ਹੀ ਦਿਆ ਕਰਦੇ ਹੋ, ਇਹੀ ਸਿੱਧ ਹੁੰਦਾ ਹੈ ਕਿ ਜਿਵੇਂ ਤੁਹਾਨੂੰ ਵੀ ਪੂਰੀ ਤਸੱਲੀ ਹੈ ਕਿ ਕੇਂਦਰ ਸਰਕਾਰ ਨੂੰ ਇਹਨਾਂ ਤੱਥਾਂ ਦਾ ਉੱਕਾ ਹੀ ਪਤਾ ਨਹੀਂ ਹੈ ਕਿ ਨੰਬਰ 1 ਦੇਸ਼ ਦੀ ਵੰਡ ਸਮੇਂ ਹਿੰਦੂ ਲੀਡਰਾਂ ਨੇ ਸਿੱਖਾਂ ਨਾਲ ਕੀ ਇਕਰਾਰ ਕੀਤੇ ਸਨ। ਨੰਬਰ 2 ਆਨੰਦਪੁਰ ਸਾਹਿਬ ਦਾ ਮਤਾ ਸਾਰੇ ਪੰਜਾਬੀਆਂ ਦੀ ਭਲਾਈ ਵਾਲਾ ਹੈ ਅਤੇ ਸਰਕਾਰ ਨੂੰ ਠੀਕ ਅਰਥਾਂ ਵਿੱਚ ਜਮਹੂਰੀ ਲੀਹਾਂ ਤੇ ਤੁਰਨ ਦੀ ਸੇਧ ਦੇਣ ਵਾਲਾ ਹੈ। ਨੰਬਰ 3 ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਕਿਹਨਾਂ ਦੀ ਸਹਾਇਤਾ ਲਈ ਵਾਰਿਆ ਸੀ। ਨੰਬਰ 4 ਸਿੱਖੀ ਦਾ ਉਪਦੇਸ਼ ਸਰਬ ਸਾਂਝਾ ਹੈ ਅਤੇ ਸਿੱਖ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਨੰਬਰ 5 ਸਿੱਖ ਨਿਸ਼ਕਪਟ ਹਿਰਦੇ ਵਾਲੇ ਸੰਤ ਸੂਰਮਿਆਂ ਦੀ ਇੱਕ ਅਡਲੀ ਅਤੇ ਨਿਆਰੇ ਗੁਰਮਤਿ ਸਿਧਾਂਤ ਵਾਲੀ ਬਹਾਦਰ ਕੌਮ ਹੈ। ਨੰਬਰ 6 ਸਿੱਖ ਕੌਮੀ ਤੌਰ ਤੇ ਕਦੇ ਵਿਸ਼ਵਾਸਘਾਤ ਨਹੀਂ ਕਰਦਾ ਅਤੇ ਇਸ ਨੇ ਦੇਸ਼ ਨਾਲ ਗਦਾਰੀ ਕਦੇ ਨਹੀਂ ਕੀਤੀ। ਨੰਬਰ 7 ਸਿੱਖ ਆਪਣੀ ਅਰਦਾਸ ਵਿੱਚ ਸਰਬੱਤ ਦੇ ਭਲੇ ਨਾਲ ਪਰਮਾਤਮਾ ਕੋਲੋਂ ਸਦਾ ਭਰੋਸਾ ਦਾਨ ਵੀ ਮੰਗਦਾ ਹੈ ਅਥਵਾ ਸਿੱਖ ਦੂਜਿਆਂ ਦੇ ਬਚਨ ਤੇ ਸੱਚੇ ਹਿਰਦੇ ਨਾਲ ਵਿਸ਼ਵਾਸ ਕਰ ਲੈਂਦਾ ਹੈ। ਨੰਬਰ 8 ਸਿੱਖਾਂ ਦੀਆਂ ਹੀ ਕੁਰਬਾਨੀਆਂ ਕਾਰਨ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲੱਥਾ ਸੀ। ਫਾਂਸੀ ਚੜ੍ਹਨ ਵਾਲਿਆਂ ਅਤੇ ਜੇਲ੍ਹਾਂ ਵਿੱਚ ਸੜ ਕੇ ਮਰਨ ਵਾਲਿਆਂ ਵਿੱਚੋਂ ਅਥਵਾ ਸਰਬੰਸਦਾਨੀਆਂ ਵਿੱਚੋਂ ਸਿੱਖਾਂ ਦੀ ਗਿਣਤੀ ਸਭ ਤੋਂ ਵੱਧ ਸੀ। ਨੰਬਰ 9 ਫੌਜੀ ਜੰਗਾਂ ਸਮੇਂ ਗਿਣਤੀ ਦੇ ਅਨੁਪਾਤ ਨਾਲ ਸਭ ਤੋਂ ਵੱਧ ਬਹਾਦਰੀ ਦੇ ਮੈਡਲ ਸਿੱਖ ਸੂਰਮਿਆਂ ਨੇ ਹੀ ਲਏ ਸਨ। ਨੰਬਰ 10 ਹਿੰਦ ਦੀ ਜਨਤਾ ਦੇ ਖਾਣ ਲਈ ਅੰਨ ਦਾ ਭੰਡਾਰ ਭਰਨ ਲਈ ਸਭ ਤੋਂ ਵੱਧ ਹਿੱਸਾ ਸਿੱਖ ਦਾ ਹੀ ਹੈ। ਨੰਬਰ 11 ਦੇਸ਼ ਦੀ ਰਾਖੀ ਵਾਸਤੇ ਜਦ ਵੀ ਤਨ ਮਨ ਧਨ ਵਾਰਨ ਦੀ ਘੜੀ ਆ ਬਣੀ ਤਾਂ ਸਿੱਖ ਸਦਾ ਹੀ ਮੋਹਰਲੀਆਂ ਕਤਾਰਾਂ ਵਿੱਚ ਖਲੋਤਾ ਨਜ਼ਰ ਆਇਆ। ਨੰਬਰ 12 ਹੋਰ ਸੂਬਿਆਂ ਵਾਂਗ ਬਿਜਲੀ ਅਤੇ ਪਾਣੀ ਦਾ ਹੱਕ ਵੀ ਪੰਜਾਬੀਆਂ ਦਾ ਹੀ ਹੈ। ਨੰਬਰ 13 ਸਿੱਖਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਕਮਿਸ਼ਨ ਕਿਸ ਨੀਤ ਨਾਲ ਬਣਾਏ ਜਾਂਦੇ ਹਨ ਅਤੇ ਸਿੱਖ ਨੂੰ ਹੋਰ ਤੋਂ ਹੋਰ ਕਮਜ਼ੋਰ ਕਰਨ ਲਈ ਕਿਹੜੇ ਨਵੇਂ ਜਾਲ ਵਿੱਚ ਫਸਾਇਆ ਜਾਣਾ ਹੈ। ਨੰਬਰ 14 ਬੇਗੁਨਾਹ ਗਰੀਬਾਂ ਦੇ ਕਤਲ ਸਰਕਾਰੀ ਗੁੰਡੇ ਕਿੰਨੇ ਕਰਦੇ ਹਨ ਅਤੇ ਸਿੱਖ ਜੁਝਾਰੂ ਕਿਹਨਾਂ ਨੂੰ ਮੁਕਾ ਰਹੇ ਹਨ। ਨੰਬਰ 15 ਝੂਠੇ ਮੁਕਾਬਲਿਆਂ ਵਿੱਚ ਕਿੰਨੇ ਬੇਗੁਨਾਹ ਮਾਰੇ ਜਾ ਚੁੱਕੇ ਹਨ ਅਤੇ ਹੋਰ ਕਿੰਨਿਆਂ ਨੂੰ ਇਸੇ ਰਾਹ ਲੰਘਾਉਣਾ ਹੈ। ਨੰਬਰ 16 ਕਿੰਨੇ ਬੇਗੁਨਾਹ ਬਿਨਾਂ ਕੇਸ ਚਲਾਉਣ ਤੋਂ ਜੇਲ੍ਹਾਂ ਵਿੱਚ ਸਾੜ ਕੇ ਮਾਰੇ ਜਾ ਰਹੇ ਹਨ ਅਥਵਾ ਨਕਾਰਾ ਕੀਤੇ ਜਾ ਰਹੇ ਹਨ ਅਤੇ ਅਗਲੀ ਯੋਜਨਾ ਵਿੱਚ
ਕਿੰਨੇ ਬੇਗੁਨਾਹ ਸਿੱਖਾਂ ਦਾ ਘਾਤ ਕਰਨਾ ਹੋਵੇਗਾ। ਨੰਬਰ 17 ਬੀਬੀ ਇੰਦਰਾ ਨੂੰ ਕਿਸ ਯੋਜਨਾ ਅਧੀਨ ਅਤੇ ਕਿਸ ਨੇ ਕਤਲ ਕੀਤਾ ਸੀ। ਸਿੱਖ ਬੱਚਿਆਂ ਨੂੰ ਬਲੀ ਦਾ ਬੱਕਰਾ ਕਿਸ ਕਾਰਨ ਬਣਾਇਆ ਜਾ ਰਿਹਾ ਹੈ, ਅਥਵਾ ਉਹਨਾਂ ਨੂੰ ਬਰੀ ਕਰ ਦੇਣ ਨਾਲ ਕਿਸ ਭੇਤ ਦੇ ਨੰਗੇ ਹੋ ਜਾਣ ਦਾ ਡਰ ਹੈ। ਨੰਬਰ 18 ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੋਰਚੇ ਬਣਨ ਦਾ ਕਾਰਨ ਕੀ ਸੀ। ਦਰਬਾਰ ਸਾਹਿਬ ਦਾ ਬਿਨਾਂ ਕੋਈ ਨੁਕਸਾਨ ਕੀਤਿਆਂ ਅਥਵਾ ਬਿਨਾਂ ਵਾਧੂ ਬੇਅਦਬੀ ਕੀਤਿਆਂ ਉਹਨਾਂ ਆਕੀਆਂ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਸੀ ਆਦਿ। ਮੂਰਖਾਂ ਦੇ ਸਵਰਗ ਵਿੱਚ ਰਹਿਣ ਵਾਲਾ ਹੀ ਕੋਈ ਕਹਿ ਸਕਦਾ ਹੈ ਕਿ ਉੱਪਰ ਲਿਖੇ ਤੱਥਾਂ ਬਾਰੇ ਉਸ ਨੂੰ ਹਿੰਦ ਸਰਕਾਰ ਦੇ ਸੰਚਾਲਕ ਦਿਮਾਗ ਨਾਲੋਂ ਵੱਧ ਜਾਣਕਾਰੀ ਹੈ। ਇਹ ਸਮਝਣਾ ਵੀ ਵੱਡੀ ਗੱਪ ਹੈ ਕਿ ਉੱਪਰ ਲਿਖੀਆਂ ਗੱਲਾਂ ਵਿੱਚੋਂ ਕਿਸੇ ਇੱਕ ਗੱਲ ਦਾ ਕਿਸੇ ਸਿੱਖ ਲੀਡਰ ਨੂੰ ਹਿੰਦ ਸਰਕਾਰ ਨਾਲੋਂ ਵੱਧ ਪਤਾ ਹੈ। ਸਨਮਾਨਯੋਗ ਪ੍ਰੋਫੈਸਰ ਸਾਹਿਬ ਜੀਓ, ਕੀ ਤੁਸੀਂ ਇਹ ਸਮਝਾ ਸਕਦੇ ਹੋ ਕਿ ਨੰਬਰ 1 ਜਾਗਦੇ ਨੂੰ ਹੀ ਜਗਾਉਣ ਵਾਲੇ ਭਾਸ਼ਣ ਦੇਈ ਜਾਣਾ ਕਿ ਸਿੱਖ ਜਗਤ ਦਾ ਸਮਾਂ ਨਸ਼ਟ ਕਰਨ ਵਾਲੀ ਗੱਲ ਨਹੀਂ ਹੈ। ਨੰਬਰ 2 ਭਾਸ਼ਣਾਂ ਵਿੱਚ ਇਹ ਕੁਝ ਸੱਚੇ ਦਿਲੋਂ ਕਿਹਾ ਜਾਂਦਾ ਹੁੰਦਾ ਹੈ ਕਿ ਹਿੰਦ ਸਰਕਾਰ ਸਿੱਖੀ ਦੀ ਮੁਗਲਿਆ ਸਰਕਾਰ ਨਾਲੋਂ ਵੱਧ ਖਤਰਨਾਕ ਹੈ। ਜੇ ਇਹ ਸੱਚ ਹੈ ਕਿ ਤੁਸੀਂ ਜਾਂ ਦੂਜੇ ਸਿੱਖ ਲੀਡਰ ਅਜਿਹਾ ਕੁਝ ਅੰਦਰਲੇ ਦਿਲੋਂ ਹੀ ਕਹਿ ਰਹੇ ਹੁੰਦੇ ਹਨ, ਤਾਂ ਫਿਰ ਕੀ ਤੁਸੀਂ ਕੋਈ ਇੱਕ ਮਿਸਾਲ ਵੀ ਦੇ ਸਕਦੇ ਹੋ ਜਦ ਕਿਸੇ ਪੁਰਾਤਨ ਸਿੰਘ ਨੇ ਕਦੇ ਮੁਗਲਿਆ ਸਰਕਾਰ ਦੇ ਕਿਸੇ ਹਾਕਮ ਕੋਲੋਂ ਇਨਸਾਫ ਦੀ ਜਾਂ ਰਹਿਮ ਦੀ ਜਾਂ ਕਿਸੇ ਨਜ਼ਰਸਾਨੀ ਦੀ ਅਪੀਲ ਕੀਤੀ ਹੋਵੇ, ਜਾਂ ਸਿੰਘਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਕੋਈ ਡੈਪੂਟੇਸ਼ਨ ਭੇਜਿਆ ਹੋਵੇ। ਜੇ ਤੁਹਾਡੇ ਕੋਲ ਵੀ ਅਜਿਹੀ ਕੋਈ ਮਿਸਾਲ ਨਹੀਂ ਹੈ, ਤਾਂ ਫਿਰ ਇਸ ਕਥਿਤ ਖਤਰਨਾਕ ਦੁਸ਼ਮਣ ਨਾਲ ਅੰਦਰ ਖਾਤੇ ਲੀਡਰਾਂ ਦਾ ਕੋਈ ਖਾਸ ਸਮਝੌਤਾ ਹੈ ਕਿ ਇਹ ਸਾਰੇ ਗਲਤ ਭਾਸ਼ਣ ਆਦਿ ਲੋਕ ਵਿਖਾਵੇ ਲਈ ਐਵੇਂ ਡਰਾਮੇ ਹੀ ਕੀਤੇ ਜਾ ਰਹੇ ਹਨ। ਜਿਸ ਸਰਕਾਰ ਦੀਆਂ ਰੋਟੀਆਂ ਤੇ ਇਹ ਜੱਜ ਪਲਦੇ ਹਨ, ਉਹਨਾਂ ਕੋਲੋਂ ਉਸੇ ਸਰਕਾਰ ਦੀ ਮਰਜ਼ੀ ਦੇ ਵਿਰੁੱਧ ਫੈਸਲੇ ਦੀ ਆਸ ਰੱਖਣੀ ਕੀ ਸਿਆਣਪ ਹੈ। ਸਤਿਗੁਰਾਂ ਦਾ ਫਰਮਾਨ ਹੈ, ਬਚਨ ਕਰੇ ਤਾਂ ਖਿਸਕ ਜਾਏ, ਬੋਲੇ ਸਭ ਕੱਚਾ। ਪੰਨਾ 1099। ਭਾਵ ਜਿਹੜਾ ਆਦਮੀ ਆਪਣੇ ਬਚਨਾਂ ਤੋਂ ਖਿਸਕ ਜਾਵੇ, ਉਸ ਨੂੰ ਸਦਾ ਲਈ ਝੂਠਾ ਜਾਣ ਕੇ ਪੱਕੀ ਤਰ੍ਹਾਂ ਦੁਰਕਾ ਦੇਣਾ ਚਾਹੀਦਾ ਹੈ। ਆਪਣਾ ਸਿੱਖ ਮੰਨਣਾ ਤਾਂ ਕਿਤੇ ਰਿਹਾ, ਬਚਨਾਂ ਦੇ ਕੱਚੇ ਨੂੰ ਕਲਗੀਧਰ ਜੀ ਨੇ ਮਰਦ ਮਨੁੱਖ ਮੰਨਣੋਂ ਵੀ ਨਾ ਕਰ ਦਿੱਤੀ ਸੀ। ਹਮੂ ਮਰਦ ਬਾਇਦ ਸ਼ਵਦ ਸੁਖਨਵਰ। ਜੇ ਸਿੱਖ ਜਥੇਦਾਰ ਹਿਰਦੇ ਤੋਂ ਗੁਰੂ ਦਾ ਸਿੱਖ ਹੁੰਦਾ, ਸਿੱਖੀ ਸਿੱਖਿਆ ਗੁਰ ਵਿਚਾਰ। ਪੰਨਾ 465। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ। ਪੰਨਾ 1372। ਫਰੀਦਾ ਕੁ ਕਹਿੰਦਿਆਂ ਚਾ ਗੇਂਦਿਆਂ, ਮੱਤੀ ਦੇਂਦਿਆਂ ਨਿਤ। ਪੰਨਾ 1378। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੇ। ਪੰਨਾ 601। ਇਹੋ ਜਿਹੇ ਬੇਅੰਤ ਮਹਾਵਾਕਾਂ ਦੀ ਪਰਵਾਹ ਨਾ ਕਰਨ ਵਾਲਾ ਜਥੇਦਾਰ ਗੁਰੂ ਦਾ ਸਿੱਖ ਕਿਵੇਂ ਮੰਨਿਆ ਜਾਵੇ। ਅਵਲ ਤਾਂ 1947 ਵਿੱਚ ਕੀਤਿਆਂ ਬਚਨਾਂ ਤੋਂ ਖਿਸਕ ਜਾਣ ਤੇ ਹੀ ਇਹ ਸਰਕਾਰ ਨੂੰ ਦਿਲੋਂ ਦੁਸ਼ਮਣ ਮੰਨ ਲੈਂਦੇ, ਤਾਂ ਪੰਥ ਦੀਆਂ ਸਾਰੀਆਂ ਔਕੜਾਂ ਕਦੇ ਦੀਆਂ ਮੁੱਕ ਚੁੱਕੀਆਂ ਹੁੰਦੀਆਂ। ਇਹ ਰੌਲਾ ਵੀ ਪਾਈ ਜਾਣਾ ਕਿ ਸਰਕਾਰ ਨੇ ਕਈ ਵਾਰੀ ਧੋਖਾ ਦਿੱਤਾ ਹੈ, ਅਥਵਾ ਸਰਕਾਰ ਖਤਰਨਾਕ ਦੁਸ਼ਮਣ ਹੈ ਅਤੇ ਮੁੜ-ਮੁੜ ਉਸੇ ਧੋਖੇਬਾਜ਼ ਨਾਲ ਸੰਧੀ ਵੀ ਕਰੀ ਜਾਣੀ। 1993-94 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੋਰਚਾਬੰਦੀ ਕਰ ਬੈਠੇ ਬਾਕੀ ਸਾਰੇ ਸਿੱਖ ਲੀਡਰਾਂ ਨਾਲੋਂ ਸੱਚੇ ਸੁੱਚੇ ਇਮਾਨਦਾਰ ਲੀਡਰ, ਜਿਸ ਤੇ ਸਿੱਖ ਜਗਤ ਨੂੰ ਸਭ ਤੋਂ ਵੱਧ ਭਰੋਸਾ ਸੀ, ਭਿੰਡਰਾਂ ਵਾਲੇ ਜਰਨੈਲ ਨੇ ਵੀ ਇਸ ਮਾਂ ਸਰਕਾਰ ਨੂੰ ਦਿਲੋਂ ਦੁਸ਼ਮਣ ਨਹੀਂ ਸੀ ਮੰਨਿਆ। ਉਹ ਵੀ ਨਿਤ ਨਵੇਂ ਦਿਨ ਸਰਕਾਰ ਦੀਆਂ ਭੁੱਲਾਂ 'ਚ ਤਾਰਦੇ ਅਤੇ ਵਧੀਕੀਆਂ ਦੀ ਹੀ ਕਥਾ ਸੁਣਾਈ ਰੱਖਣ ਵਿੱਚ ਅਤੇ ਸਰਕਾਰ ਨੂੰ ਧਮਕੀਆਂ ਦੇ ਕੇ ਇੰਦਰਾ ਨੂੰ ਗੱਲਬਾਤ ਕਰਨ ਲਈ ਸੱਦ ਲੈਣ ਵਿੱਚ ਹੀ ਮੋਰਚੇ ਦੀ ਸਫਲਤਾ ਸਮਝਦੇ ਰਹੇ। ਜਿਸ ਆਖਰੀ ਮੋਰਚੇ ਨੂੰ ਆਰੰਭ ਕਰਨ ਸਮੇਂ ਸਿੱਖ ਲੀਡਰ ਇਹ ਸਮਝ ਲੈਂਦੇ ਕਿ ਉਹਨਾਂ ਦਾ ਵਾਹ ਮਾਂ ਸਰਕਾਰ ਨਾਲ ਨਹੀਂ, ਸਗੋਂ ਚਾਣਕੀਆ ਨੀਤੀ ਵਿੱਚ ਨਿਪੁੰਨ ਇੱਕ ਖਤਰਨਾਕ ਬੇਦੀਨੇ ਅਤੇ ਸ਼ਕਤੀਸ਼ਾਲੀ ਦੁਸ਼ਮਣ ਨਾਲ ਪੈਣਾ ਹੈ, ਜਿਸ ਦੇ ਕੱਪੜੇ ਤਾਂ ਦੁੱਧ ਚਿੱਟੇ ਹਨ
ਪਰ ਅੰਦਰ ਦੇ ਸਿਆਹ ਕਾਲੇ ਮਨ ਵਿੱਚ ਬੜਾ ਘਾਤਕ ਜ਼ਹਿਰ ਭਰਿਆ ਹੋਇਆ ਹੈ। ਫਿਰ ਸਟੇਜਾਂ ਤੇ ਧੂਆਂ ਧਾਰ ਅਤੇ ਵੱਧ ਤੋਂ ਵੱਧ ਲੱਛੇਦਾਰ ਤਕਰੀਰਾਂ ਕਰਕੇ ਅਰੁੱਸੀ ਹੋਈ ਇਸਤਰੀ ਵਾਂਗ ਫਜ਼ੂਲ ਮਿਹਣੇ ਮਾਰ ਮਾਰ ਕੇ ਹਾਸੋਹੀਣੇ ਬਣਨ ਦੀ ਥਾਂ ਬੜੇ ਸੂਝਵਾਨ, ਬੜੇ ਤਜਰਬੇਕਾਰ ਅਤੇ ਬੜੇ ਜ਼ਿੰਮੇਵਾਰ ਤਿਆਗੀ ਜਰਨੈਲਾਂ ਵਾਂਗ ਸਿਰਾਂ ਤੇ ਕਫਨ ਬੰਨ੍ਹ ਕੇ ਸਾਰੇ ਜਣੇ ਜੁੜ ਬੈਠਦੇ ਅਤੇ ਬੰਦ ਕਮਰੇ ਵਿੱਚ ਡੂੰਘੀਆਂ ਵਿਚਾਰਾਂ ਹੁੰਦੀਆਂ। ਮੁਗਲਿਆ ਸਰਕਾਰ ਸਮੇਂ ਦੀਆਂ ਸਿੰਘਾਂ ਦੀਆਂ ਪ੍ਰਾਪਤੀਆਂ ਦਾ ਹਵਾਲਾ ਦੇ ਕੇ ਜੇ ਕੋਈ ਜੋਸ਼ੀਲਾ ਜਰਨੈਲ ਹਥਿਆਰਾਂ ਦੀ ਜੰਗ ਛੇੜ ਦੇਣ ਦੀ ਗੱਲ ਕਰਨ ਵਿੱਚ ਕਾਹਲ ਕਰਦਾ ਤਾਂ ਉਸ ਜੰਗੀ ਕੌਂਸਲ ਵਿੱਚ ਇਹ ਤੱਥ ਵੀ ਜ਼ਰੂਰ ਵਿਚਾਰ ਅਧੀਨ ਆਉਣੇ ਸਨ। ਊੜਾ ਮੁਗਲਿਆ ਸਰਕਾਰ ਸਮੇਂ ਸ਼ਾਹੀ ਫੌਜ ਦਾ ਜਵਾਨ ਅਯਾਸ਼, ਦੁਰਾਚਾਰੀ ਅਤੇ ਸੁੱਖ ਰਹਿਣਾ ਸੀ। ਲੜਾਈ ਵਿੱਚ ਉਸ ਨੂੰ ਬਹੁਤਾ ਫਿਕਰ ਆਪਣੀ ਜਾਨ ਬਚਾਈ ਰੱਖਣ ਦਾ ਹੁੰਦਾ ਸੀ, ਜਦ ਕਿ ਕਲਗੀਆਂ ਵਾਲੇ ਦਾ ਸਿੱਖ ਸੁੱਚੇ ਆਚਰਨ ਵਾਲਾ ਬੜੀ ਲਗਨ ਨਾਲ ਜੰਗੀ ਅਭਿਆਸ ਅਤੇ ਕਸਰਤਾਂ ਕਰਕੇ ਫੁਰਤੀਲਾ ਅਤੇ ਸਾਹਸੀ ਸੀ। ਗੁਰੂ ਦੇ ਨਾਮ ਤੇ ਸ਼ਹੀਦੀ ਪਾਉਣੀ ਵੱਡੇ ਭਾਗ ਮੰਨਦਾ ਸੀ। ਸਿਰ ਤਲੀ ਤੇ ਰੱਖ ਕੇ ਜਾਨ ਦੀ ਪਰਵਾਹ ਭੁਲਾ ਕੇ ਵੈਰੀ ਤੇ ਅਜਿਹਾ ਸ਼ੇਰਵਈ ਹੱਲਾ ਬੋਲਦਾ ਸੀ ਕਿ ਵੈਰੀ ਦਾ ਟਿਕਣਾ ਅਸੰਭਵ ਹੋ ਜਾਂਦਾ ਸੀ। ਐੜਾ ਸਿੰਘਾਂ ਦੇ ਹਥਿਆਰ ਦੀ ਮਾਰ ਕਿਸੇ ਤਰ੍ਹਾਂ ਵੀ ਸ਼ਾਹੀ ਫੌਜ ਦੇ ਹਥਿਆਰ ਨਾਲੋਂ ਘੱਟ ਨਹੀਂ ਸੀ, ਸਗੋਂ ਸ਼ਰਧਾ ਨਾਲ ਬਣਾ ਕੇ ਭੇਟਾ ਕੀਤੇ ਹਥਿਆਰ ਬਹੁਤੀ ਵਾਰੀ ਵੈਰੀ ਦੇ ਹਥਿਆਰਾਂ ਨਾਲੋਂ ਵਧੀਆ ਸਿੱਧ ਹੁੰਦੇ ਸਨ। ਈਡੀ ਸਿੰਘ ਆਪਣੇ ਘੋੜੇ ਦੀ ਸੇਵਾ ਸ਼ਰਧਾ ਅਤੇ ਲਗਨ ਨਾਲ ਕਰਦਾ ਸੀ। ਨਿਤ ਨਵੇਂ ਦਿਨ ਦੀਆਂ ਭਾਜੜਾਂ ਤੇ ਲੜਾਈਆਂ ਕਾਰਨ ਘੋੜਿਆਂ ਦੀ ਪੂਰੀ ਕਸਰਤ ਹੁੰਦੀ ਰਹਿਣ ਕਾਰਨ ਮੁਗਲਿਆ ਸਰਕਾਰ ਦੇ ਘੋੜਿਆਂ ਨਾਲੋਂ ਵੱਧ ਸਾਹਸੀ ਸਨ। ਅੱਜ ਦੇ ਦੁਸ਼ਮਣ ਸਰਕਾਰ ਦਾ ਇੱਕ ਹਵਾਈ ਜਹਾਜ਼ ਸਾਡੇ ਸਾਰਿਆਂ ਤੇ ਭਾਰੂ ਬਣ ਸਕਦਾ ਹੈ। ਪਾਵਨ ਪਵਿੱਤਰ ਹਰਿਮੰਦਰ ਸਾਹਿਬ ਦੀ ਥਾਂ ਵਿੱਚ ਮੋਰਚਾਬੰਦੀ ਕਰਕੇ ਆਕੀ ਹੋ ਬੈਠਣ ਦੀ ਜੇ ਗੱਲ ਚੱਲਦੀ ਤਾਂ ਜੰਗੀ ਕੌਂਸਲ ਦੇ ਸੂਝਵਾਨ ਜਰਨੈਲਾਂ ਵਿੱਚੋਂ ਕਿਸੇ ਨੇ ਝੱਟ ਬੋਲ ਪੈਣਾ ਸੀ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਪਿਸਤੌਲਾਂ, ਬੰਦੂਕਾਂ, ਮਸ਼ੀਨ ਗੰਨਾਂ, ਬੰਬਾਂ ਆਦਿ ਹਥਿਆਰਾਂ ਨਾਲ ਅਸੀਂ ਉਸ ਦੁਸ਼ਮਣ ਨਾਲ ਮੁਕਾਬਲਾ ਨਹੀਂ ਕਰ ਸਕਾਂਗੇ ਜਿਹੜਾ ਬੇਸ਼ੁਮਾਰ ਟੈਂਕਾਂ, ਤੋਪਾਂ, ਬੜੀ ਤਕੜੀ ਹਵਾਈ ਤਾਕਤ ਦਾ ਮਾਲਕ ਹੈ। ਅਤੇ ਫਿਰ ਜੇ ਅਸਾਂ ਕੋਈ ਫੌਜੀ ਨੁਕਸਾਨ ਕਰ ਵੀ ਲਿਆ ਤਦ ਵੀ ਸਰਕਾਰ ਦਾ ਕੁਝ ਨਹੀਂ ਵਿਗੜਨਾ। ਅਤੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਦੁਸ਼ਮਣ ਬਾਤ ਕਰੇ ਅਨਹੋਣੀ। ਜੇ ਭਲਾ ਇਹ ਬੇਦੀਨਾ ਅਤੇ ਮੁਗਲਾਂ ਨਾਲੋਂ ਭੈੜਾ ਦੁਸ਼ਮਣ ਤੋਪਾਂ, ਟੈਂਕਾਂ ਅਤੇ ਹਵਾਈ ਜਹਾਜ਼ਾਂ ਨਾਲ ਚੜ੍ਹ ਆਇਆ ਅਤੇ ਉਸਨੇ ਸਿੱਖੀ ਦੀ ਆਨ ਸ਼ਾਨ ਸ੍ਰੀ ਦਰਬਾਰ ਸਾਹਿਬ ਤੇ ਗੋਲਿਆਂ ਦੀ ਵਰਖਾ ਸ਼ੁਰੂ ਕਰ ਦਿੱਤੀ ਤਾਂ ਅਸੀਂ ਕੀ ਕਰ ਸਕਾਂਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸਢੌਰੇ ਦੀ ਜੰਗ ਸਮੇਂ ਉਸ ਮੰਦਰ ਤੇ ਮਸੀਤ ਨੂੰ ਅੱਗ ਲਾ ਹੀ ਦਿੱਤੀ ਸੀ ਜਿਸ ਵਿੱਚ ਵੈਰੀ ਜਾ ਲੁਕਿਆ ਸੀ। ਜੰਗਾਂ ਵਿੱਚ ਅਜਿਹੇ ਅਨਰਥ ਹੋ ਜਾਣੇ ਅਚੰਭੇ ਵਾਲੀ ਗੱਲ ਨਹੀਂ ਰਹਿ ਜਾਂਦੀ ਤੇ ਪਿੱਛੋਂ ਸਵਾਏ ਰੌਲਾ ਪਾਉਣ ਦੇ ਅਸਾਂ ਕਰ ਕੁਝ ਵੀ ਨਹੀਂ ਸਕਣਾ ਅਤੇ ਪੰਥਕ ਵਕਾਰ ਖੇਹ ਵਿੱਚ ਰਲਾ ਦੇਣ ਦੇ ਜ਼ਿੰਮੇਵਾਰ ਬਣਾਂਗੇ। ਸੋ ਇਹ ਦਲੀਲ ਵੀ ਰੱਦ ਹੋ ਜਾਣੀ ਸੀ। ਸੱਸਾ ਗੁਰੂ ਦਰਬਾਰ ਲੱਗਣ ਵਾਲੇ ਥਾਂ ਜਿੱਥੇ ਸਤ ਸੰਗਤ ਜੁੜਦੀ ਹੋਵੇ ਅਤੇ ਇੱਕੋ ਨਾਮ ਦੀ ਵਿਆਖਿਆ ਹੁੰਦੀ ਹੋਵੇ ਉਸ ਥਾਂ ਤੇ ਸਿੱਖਾਂ ਨੇ ਅੱਜ ਤੱਕ ਕਦੇ ਮੋਰਚਾਬੰਦੀ ਨਹੀਂ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਸਰਕਾਰੀ ਫੌਜਾਂ ਨੂੰ ਭਾਜਣਾ ਪਾ ਸਕਣ ਦੀ ਸ਼ਕਤੀ ਹੈ ਸੀ, ਪਰ ਫਿਰ ਵੀ ਗਾਲਾ ਪਈ ਜੰਗ ਉਹਨਾਂ ਦਰਬਾਰ ਸਾਹਿਬ ਨਹੀਂ ਸੀ ਲੜੀ। ਬੀਬੀ ਵੀਰੋ ਜੀ ਦੀ ਸ਼ਾਦੀ ਦੇ ਸਬੰਧ ਵਿੱਚ ਤਿਆਰ ਹੋਈ ਸਮੱਗਰੀ ਵੀ ਦੁਸ਼ਮਣਾਂ ਗੋਚਰੀ ਕਰਕੇ ਆਪ ਝਬਾਲ ਚਲੇ ਗਏ ਸਨ। ਕਲਗੀਧਰ ਜੀ ਨੇ ਵੀ ਕੇਸਗੜ੍ਹ ਸਾਹਿਬ, ਜਿੱਥੇ 5 ਪਿਆਰਿਆਂ ਦੀ ਚੋਣ ਹੋਈ ਸੀ ਅਤੇ ਜਿੱਥੇ ਰੋਜ਼ ਧਾਰਮਿਕ ਦੀਵਾਨ ਸੱਜਿਆ ਕਰਦਾ ਸੀ ਤੇ ਜੰਗ ਨਹੀਂ ਸੀ ਲੜੀ, ਸਗੋਂ ਗੋਬਿੰਦਗੜ੍ਹ, ਲੋਹਗੜ੍ਹ ਆਦਿ ਅਡਰੇ ਕਿਲੇ ਬਣਾ ਲਏ ਸਨ। ਹਰਿਮੰਦਰ ਸਾਹਿਬ ਦੇ ਵਿਹੜੇ ਵਿੱਚ ਮੋਰਚਾਬੰਦੀ ਕਰਨੀ ਪੰਥਕ ਬਦਕਿਸਮਤੀ ਸਿੱਧ ਹੋਵੇਗੀ। ਸੋ ਇਹ ਸਕੀਮ ਸਿਰੇ ਨਹੀਂ ਸੀ ਚੜ੍ਹਨੀ। ਹਾਹਾ ਜੇ ਉਸ ਜੰਗੀ ਕੌਂਸਲ ਵਿੱਚ ਕੋਈ ਜੋਸ਼ੀਲਾ ਜਰਨੈਲ ਇਹ ਦਲੀਲ ਦਿੰਦਾ ਕਿ ਜੇ ਸਰਕਾਰੀ ਅਫਸਰਾਂ, ਮੁਖਬਰਾਂ, ਕਾਂਗਰਸੀ ਪਿੱਠੂਆਂ, ਵਧੀਕੀ ਕਰਨ ਵਾਲੇ ਜਰਵਾਣਿਆਂ, ਕਾਂਗਰਸੀਆਂ ਦੇ ਘਰ ਕੀਰਤਨ ਕਰਨ ਵਾਲੀ ਕੀਰਤਨੀਆਂ, ਸਿੱਖ ਮੋਰਚੇ ਦੀ ਵਿਰੋਧਤਾ ਤੇ ਲੇਖ ਲਿਖਣ ਵਾਲਿਆਂ ਆਦਿ ਨੂੰ ਧੋਖੇ ਨਾਲ ਅਥਵਾ ਵਸਾ ਕੇ ਮਾਰ ਮਕਾਉਣ ਨਾਲ ਅਥਵਾ ਬੈਂਕਾਂ ਨੂੰ ਲੁੱਟਣ ਨਾਲ ਸਰਕਾਰ ਨੂੰ
ਘਾਬਰਾਂ ਪਾ ਸਕਣ ਦਾ ਸੁਝਾਅ ਰੱਖਦਾ ਤਾਂ ਸੂਝਵਾਨ ਜਰਨੈਲਾਂ ਨੇ ਅਜਿਹੀ ਵਿਚਾਰ ਨੂੰ ਵੀ ਬੜੀ ਬੇਦਲੀਲੀ ਅਤੇ ਹਾਸੋਹੀਣੀ ਅਥਵਾ ਮੂਰਖਾਂ ਵਾਲੀ ਜਬਲੀ ਕਹਿਣਾ ਸੀ। ਭੁਚਾਲਾਂ, ਸੋਕਿਆਂ, ਤੂਫਾਨਾਂ ਆਦਿ ਨਾਲ ਲੱਖਾਂ ਮਨੁੱਖ ਮਰ ਜਾਂਦੇ ਹਨ, ਲੱਖਾਂ ਘਰ ਬਰਬਾਦ ਹੋ ਜਾਂਦੇ ਹਨ। ਜੰਗਾਂ ਦੇ ਸਮੇਂ ਸੈਂਕੜੇ ਜਰਨੈਲ, ਹਜ਼ਾਰਾਂ ਅਫਸਰ, ਲੱਖਾਂ ਸਿਪਾਹੀ ਮਾਰੇ ਜਾਂਦੇ ਹਨ, ਪਰ ਸਰਕਾਰਾਂ ਕਦੇ ਫੇਲ ਨਹੀਂ ਹੋਈਆਂ ਅਤੇ ਸਿਆਣਿਆਂ ਲੀਡਰਾਂ ਨੇ ਅਜਿਹੇ ਜੰਗੀ ਢੰਗ ਨੂੰ ਗੁਰੂ ਨਾਨਕ ਜੀ ਦੇ ਸਿਰਜੇ ਹੋਏ ਉੱਚ ਗੁਣਾਂ ਵਾਲੇ ਖਾਲਸੇ ਦੇ ਮੂੰਹ ਤੇ ਲੋਕ ਲਿਪ ਦੇਣ ਵਾਲੀ ਕਰਤੂਤ ਕੋਸ਼ਿਸ਼ ਕਰ ਦੇਣਾ ਸੀ। ਅਜਿਹੀ ਸੋਚ ਕਰਨ ਵਾਲੇ ਨੂੰ ਸੂਝਵਾਨ ਅਤੇ ਤਜਰਬੇਕਾਰ ਜਥੇਦਾਰਾਂ ਨੇ ਹਜ਼ਾਰਾਂ ਲੱਖਾਂ ਬੇਗੁਨਾਹ ਸਿੱਖਾਂ ਨੂੰ ਮਾਰ ਮਕਾਉਣ ਦਾ ਸਰਕਾਰ ਲਈ ਰਸਤਾ ਤਿਆਰ ਕਰ ਦੇਣ ਵਾਲਾ ਸਰਕਾਰੀ ਬੰਦਾ ਹੋਣ ਦਾ ਦੋਸ਼ੀ ਠਹਿਰਾ ਕੇ ਜੰਗੀ ਕੌਂਸਲ ਵਿੱਚੋਂ ਕੱਢ ਦੇਣ ਵਾਲੀ ਵਿਚਾਰ ਵਿੱਚ ਪੈ ਜਾਣਾ ਸੀ। ਸੋ ਦੁਸ਼ਮਣ ਮੰਨ ਕੇ ਸਰਕਾਰ ਵਿਰੁੱਧ ਮੋਰਚਾ ਲਾਉਣ ਦੀਆਂ ਗੰਭੀਰਤਾ ਨਾਲ ਵਿਚਾਰਾਂ ਹੁੰਦੀਆਂ ਤਾਂ ਇਸੇ ਨਤੀਜੇ ਤੇ ਪੁੱਜਣਾ ਸੀ ਕਿ ਬੰਦੂਕ ਦੀ ਲੜਾਈ ਸਹੇੜ ਲੈਣ ਨਾਲ ਕਿਸੇ ਪ੍ਰਾਪਤੀ ਦੇ ਥਾਂ ਤਬਾਹੀ ਬਹੁਤ ਹੋਣੀ ਹੈ ਅਤੇ ਪੰਥ ਲਈ ਮੂੰਹ ਕਾਲਖ ਵਾਧੂ ਦੀ ਖੱਟ ਲੈਣ ਦੀ ਸੰਭਾਵਨਾ ਬਹੁਤ ਹੋਣੀ ਹੈ। ਫਿਰ ਪਹਿਲਾਂ ਵਰਗੇ ਸ਼ਾਂਤਮਈ ਮੋਰਚੇ ਦੀ ਗੱਲ ਤੁਰਦੀ ਅਤੇ ਗਰਮ ਸੁਭਾਅ ਵਾਲਿਆਂ ਨੇ ਇਹੀ ਦਲੀਲ ਦੇਣੀ ਸੀ ਕਿ ਸ਼ਾਂਤਮਈ ਦੀ ਬੋਲੀ ਬਥੇਰੀ ਬੋਲ ਕੇ ਵੇਖ ਲਈ ਹੈ, ਹਿੰਦੂ ਸਰਕਾਰ ਸ਼ਾਂਤਮਈ ਦੀ ਭਾਸ਼ਾ ਨਹੀਂ ਸਮਝ ਸਕਦੀ, ਇਸ ਬੇਅਸੂਲੀ ਸਰਕਾਰ ਨਾਲ ਗਰਮ ਜੰਗ ਹੀ ਸੂਤ ਰਹਿਣੀ ਹੈ ਆਦਿ। ਸੱਚੀ ਗੱਲ ਮੂੰਹ ਤੇ ਕਰ ਸਕਣ ਵਾਲੇ ਕਿਸੇ ਲੀਡਰ ਨੇ ਝੱਟ ਬੋਲ ਪੈਣਾ ਸੀ। ਇਹ ਕਹਿਣਾ ਕੁਟਲਤਾ ਭਰਿਆ ਕੋਰਾ ਝੂਠ ਹੋਵੇਗਾ ਕਿ ਪਹਿਲੇ ਸ਼ਾਂਤਮਈ ਮੋਰਚੇ ਬੇਅਸਰ ਸਿੱਧ ਹੁੰਦੇ ਰਹੇ ਸਨ। ਬਿਨਾਂ ਕਿਸੇ ਸੰਦੇਹ ਦੇ ਇਹ ਕਿਹਾ ਜਾ ਸਕਦਾ ਹੈ ਕਿ ਹਰ ਮੋਰਚੇ ਦੇ ਸਮੇਂ ਸਰਕਾਰ ਘਾਬਰ ਜਾਂਦੀ ਰਹੀ ਹੈ, ਪਰ ਸਵਾਰਥੀ ਜਥੇਦਾਰ ਹੀ ਹਰ ਵਾਰੀ ਸਰਕਾਰ ਦੇ ਮਾਇਆ ਜਾਲ ਵਿੱਚ ਫਸ ਜਾਂਦਾ ਰਿਹਾ ਹੈ ਅਤੇ ਸਰਕਾਰ ਨਾਲ ਸੰਧੀ ਕਰਕੇ ਪੰਥਕ ਜਿੱਤ ਨੂੰ ਹਾਰ ਵਿੱਚ ਬਦਲ ਦਿੰਦਾ ਰਿਹਾ। ਸਰਕਾਰ ਆਪਣੇ ਸੁਭਾਅ ਅਨੁਸਾਰ ਫਿਰ ਆਪਣਿਆਂ ਬਚਨਾਂ ਤੋਂ ਮੁੱਕਰ ਜਾਂਦੀ ਸੀ ਅਤੇ ਲੀਡਰ ਫਿਰ ਉਹੀ ਮੁੱਕਰ ਗਈ, ਧੋਖਾ ਦੇ ਗਈ ਵਾਲਾ ਰੋਣਾ ਲੈ ਬੈਠਦਾ ਸੀ। ਅੱਗੇ ਤੋਂ ਸੁਚੇਤ ਹੋ ਜਾਣ ਦੇ ਥਾਂ ਆਪਣੀ ਲਾਲਸਾ ਲਿਬੜੀ ਗੰਭੀਰ ਭੁੱਲ ਨੂੰ ਲੁਕਾਉਣ ਲਈ ਲੀਡਰ ਜੀ ਨੇ ਆਪਣਾ ਅਜ਼ਮਾਇਆ ਹੋਇਆ ਪੁਰਾਣਾ ਢੰਡੋਰਾ ਪਿੱਟਣਾ ਫਿਰ ਆਰੰਭ ਕਰ ਦੇਣਾ। ਸਰਕਾਰ ਠੱਗ ਨਿਕਲੀ, ਆਖ ਕੇ ਮੁੱਕਰ ਗਈ, ਸਾਡੇ ਨਾਲ ਧੋਖਾ ਹੋਇਆ ਆਦਿ ਪੁਰਾਣੇ ਨਾਅਰੇ ਲਾ ਕੇ ਪੰਥ ਨੂੰ ਮੁੜ-ਮੁੜ ਭੁਲੇਖੇ ਵਿੱਚ ਪਾ ਦਿੱਤਾ ਜਾਂਦਾ ਸੀ। ਥੋੜਾ ਚਿਰ ਅਟਕ ਕੇ ਪੰਥ ਲਈ ਗੰਭੀਰ ਖਤਰਾ ਆ ਬਣਿਆ ਦਾ ਰੌਲਾ ਪਾ ਦੇਣਾ, ਭਰੋਸਾਦਾਨ ਦੀ ਮੰਗ ਕਰਨ ਵਾਲੇ ਦੂਲੇ ਪੰਥ ਦੇ ਭਰੋਸੇ ਨੂੰ ਮੁੜ ਤਾਜੀ ਸੱਟ ਮਾਰਨ ਵਾਸਤੇ ਫਿਰ ਮੋਰਚੇ ਦਾ ਬਿਗਲ ਵਜਾ ਦੇਣਾ। ਪਰਮਾਤਮ ਕੀ ਮੌਜ ਦੂਲੇ ਪੰਥ ਨੇ ਆਪਣੇ ਜਥੇਦਾਰ ਦਾ ਹੁਕਮ ਮੰਨ ਕੇ ਮੋਰਚਾ ਫਿਰ ਅਜਿਹਾ ਗਰਮ ਕਰ ਦੇਣਾ ਕਿ ਦੁਸ਼ਮਣ ਦੇ ਦਰਬਾਰੀਆਂ ਨੂੰ ਭਾਜਣਾ ਪੈ ਜਾਣੀਆਂ। ਪਰ ਹਾਏ ਅਫਸੋਸ, ਖਾਲਸਾਈ ਅਣਖ ਅਤੇ ਤਿਆਗ ਤੋਂ ਸੱਖਣੇ ਪੰਥ ਦੇ ਸਿਆਸਤਦਾਨ ਲੀਡਰ ਨੇ ਫਿਰ ਮਾਂ ਸਰਕਾਰ ਦੀ ਮਰਜ਼ੀ ਦੀ ਸੰਧੀ ਕਰ ਲੈਣੀ ਤੇ ਰਾਜਸੀ ਕੁਰਸੀ ਤੇ ਜਾ ਬਿਰਾਜਣਾ। ਛੇਤੀ ਹੀ ਸਰਕਾਰ ਨੂੰ ਚਿੰਤਾ ਲੱਗ ਜਾਣੀ ਕਿ ਕਿਤੇ ਇਸ ਲਾਲਚੀ ਜਥੇਦਾਰ ਨੂੰ ਸਰਕਾਰ ਦੀ ਕੁਰਸੀ ਦਾ ਸੁਆਦ ਹੀ ਨਾ ਪੈ ਜਾਏ। ਉਸ ਨੇ ਬਹਾਨਾ ਘੜ ਕੇ ਪੰਥ ਦੇ ਲੀਡਰ ਦੇ ਥੱਲਿਓਂ ਕੁਰਸੀ ਖਿੱਚ ਲੈਣੀ। ਫਿਰ ਉਹੀ ਡਰਾਮਾ ਆਰੰਭ ਹੋ ਜਾਣਾ, ਮੁੱਕਰ ਗਈ, ਧੋਖਾ ਹੋ ਗਿਆ, ਸਰਕਾਰ ਸਿੱਖਾਂ ਦੀ ਦੁਸ਼ਮਣ ਆਦਿ ਦੇ ਢੰਡੋਰੇ, ਤੇ ਫਿਰ ਮੋਰਚਾ ਅਤੇ ਅੰਦਰ ਖਾਨੇ ਫਿਰ ਸੰਧੀ। ਲੀਡਰ ਨਵੇਂ ਤੋਂ ਨਵੇਂ ਭੇਸ ਵਿੱਚ ਪੰਥਕ ਸਟੇਜ ਤੇ ਆਇਆ ਅਤੇ ਮਾਂ ਸਰਕਾਰ ਦੀਆਂ ਖੁਸ਼ੀਆਂ ਮਾਣਦਾ ਹੋਇਆ ਕੱਲ ਦਾ ਪੈਰਾਂ ਤੋਂ ਨੰਗਾ ਪੰਥਕ ਲੀਡਰ ਵੱਧ ਤੋਂ ਵੱਧ ਮਾਇਆ ਅਤੇ ਜਾਇਦਾਦਾਂ ਦਾ ਮਾਲਕ ਬਣਦਾ ਹੀ ਚਲਾ ਗਿਆ। ਪਰ ਪੰਥ ਦੇ ਸਿਰ ਤੋਂ ਸਖਤ ਖਤਰੇ ਵਾਲਾ ਭੂਤ ਦੂਰ ਨਾ ਹੋਣਾ ਸੀ ਤੇ ਨਾ ਹੀ ਹੋਇਆ। ਆਖਰ ਅੱਜ ਸਰਕਾਰ ਨੂੰ ਸ਼ਾਂਤਮਈ ਵਾਲੀ ਬੋਲੀ ਦੀ ਸਮਝ ਹੀ ਨਹੀਂ ਆਉਂਦੀ। ਫੜ ਲਓ ਪਿਸਤੌਲ ਤੇ ਮੋਟਰਸਾਈਕਲ ਅਤੇ ਕਰੀ ਜਾਓ ਆਤਮ ਹੱਤਿਆ। ਫਿਰ ਸ਼ਾਇਦ ਕੋਈ ਲੀਡਰ ਇਹ ਆਖਣ ਦੀ ਦਲੇਰੀ ਕਰ ਹੀ ਲੈਂਦਾ, ਆਓ ਅਸੀਂ ਵੀ ਅੱਜ ਸਾਰੇ ਜਣੇ ਆਪਣੜੇ ਗਰੀਬਾਨ ਵਿੱਚ ਸਿਰ ਨੀਵਾਂ ਕਰ ਵੇਖੀਏ ਕਿ ਸਾਡੇ ਅੰਦਰ ਵੀ ਕਿਸੇ ਨੁਕਰੇ ਸਰਕਾਰੀ ਕੁਰਸੀ ਦੀ ਲਾਲਸਾ ਲੁਕੀ ਹੋਈ ਤੇ ਨਹੀਂ ਹੈ। ਸਤਿਕਾਰਯੋਗ ਸਿੰਘ ਸਾਹਿਬ ਜੀਓ, ਜੇ ਕਦੇ ਪੰਥਕ ਲੀਡਰਾਂ ਨੇ ਸੱਚੇ ਦਿਲੋਂ ਸਰਕਾਰ ਨੂੰ ਆਪਣੀ ਦੁਸ਼ਮਣ ਮੰਨ ਲਿਆ ਹੁੰਦਾ ਤਾਂ ਫਿਰ ਉਸ ਨਾਲ ਲੜਾਈ ਛੇੜਨ ਤੋਂ ਪਹਿਲਾਂ
ਅਜਿਹੀਆਂ ਵਿਚਾਰਾਂ ਜ਼ਰੂਰ ਕੀਤੀਆਂ ਜਾਣੀਆਂ ਸਨ। ਫਿਰ ਇਸ ਬਹਾਦਰਾਂ ਦੀ ਕੌਮ ਦੀ ਅਗਵਾਈ ਏਡੀ ਗੈਰ ਜ਼ਿੰਮੇਵਾਰੀ ਨਾਲ, ਘਰ ਫੂਕ ਕੇ ਤਮਾਸ਼ਾ ਵੇਖਣ ਵਾਲੀ ਰੁਚੀ ਨਾਲ ਨਾ ਕੀਤੀ ਜਾਂਦੀ। ਜਿਸ ਪਾਸੇ ਪੰਥ ਦੇ ਨੌ ਨਿਹਾਲ ਨੂੰ ਤੋੜ ਦਿੱਤਾ ਗਿਆ ਹੈ, ਇਹ ਨਿਰਾ ਧਾਰਮਿਕ ਅਤੇ ਕੌਮੀ ਬਦਨਾਮੀ ਦਾ ਰਸਤਾ ਹੈ। ਇਹ ਉਹ ਰਾਹ ਹੈ ਜਿਸ ਤੇ ਸਿੱਖ ਨੂੰ ਪਾ ਦੇਣ ਲਈ ਇਹ ਚਾਣਕੀਆ ਨੀਤੀ ਵਾਲੀ ਸਰਕਾਰ ਬੜੀ ਦੇਰ ਤੋਂ ਬੇਚੈਨ ਸੀ। ਸਾਰੇ ਸਿੱਖ ਇਤਿਹਾਸ ਵਿੱਚ ਕੋਈ ਇੱਕ ਵੀ ਮਿਸਾਲ ਨਹੀਂ ਮਿਲਦੀ ਜਿੱਥੇ ਕਿਸੇ ਸਿੱਖ ਨੇ ਕਿਸੇ ਨਿਹੱਥੇ ਨੂੰ ਮਾਰਿਆ ਹੋਵੇ ਜਾਂ ਕਿਸੇ ਹਥਿਆਰਬੰਦ ਨੂੰ ਵਸਾ ਕੇ ਜਾਂ ਧੋਖੇ ਨਾਲ ਮਾਰਿਆ ਹੋਵੇ। ਗੁਰੂ ਘਰ ਦੇ ਸਾਹਮਣੇ ਆ ਕੇ ਲਲਕਾਰ ਰਹੇ ਜਾਣਦੇ ਵੈਰੀ ਨੂੰ ਵੀ ਸਤਿਗੁਰਾਂ ਨੇ ਪਹਿਲਾਂ ਵਾਰ ਕਰ ਲੈਣ ਦਾ ਮੌਕਾ ਦਿੱਤਾ ਸੀ। ਗੁਰੂ ਹਰਗੋਬਿੰਦ ਜੀ ਕੋਲ ਅਥਵਾ ਗੁਰੂ ਗੋਬਿੰਦ ਸਿੰਘ ਜੀ ਕੋਲ ਅਜਿਹੇ ਸੂਰਮਿਆਂ ਦੀ ਘਾਟ ਨਹੀਂ ਸੀ ਜਿਹੜੇ ਭੇਸ ਬਦਲ ਕੇ ਦਿੱਲੀ ਅਥਵਾ ਲਾਹੌਰ ਦੇ ਤਾਜਦਾਰਾਂ ਨੂੰ ਧੋਖੇ ਨਾਲ ਕਤਲ ਕਰ ਸਕਦੇ ਸਨ। ਜਿਹੜੇ ਸੂਰਮੇ ਸਖਤ ਪਹਿਰਿਆਂ ਵਾਲੇ ਕਿਲਿਆਂ ਵਿੱਚ ਬੱਝੇ ਘੋੜੇ ਲਿਆ ਸਕਦੇ ਸਨ, ਕੀ ਉਹ ਕਿਸੇ ਤਾਜਦਾਰ ਦਾ ਤਖਤ ਤੇ ਬੈਠੇ ਦਾ ਸੀਸ ਨਹੀਂ ਸਨ ਉਤਾਰ ਸਕਦੇ? ਪਰ ਨਿਰਵੈਰ ਸਤਿਗੁਰਾਂ ਨੇ ਵੈਰ ਭਾਵਨਾ ਵਾਲਾ ਅਜਿਹਾ ਨੀਚ ਕਰਮ ਕਦੇ ਨਹੀਂ ਸੀ ਹੋਣ ਦਿੱਤਾ। ਜਿਸ ਔਰੰਗਜ਼ੇਬ ਨੇ ਕਲਗੀਧਰ ਜੀ ਦਾ ਪਰਮ ਸਤਿਕਾਰਯੋਗ ਪਿਤਾ ਅਤੇ ਮਾਸੂਮ ਬੱਚੇ ਕਤਲ ਕਰਵਾਏ, ਪਰ ਨਿਰਵੈਰ ਸਤਿਗੁਰ ਨੇ ਆਪ ਜੰਗ ਵਿੱਚ ਉਲਝ ਕੇ ਉਸੇ ਜ਼ਾਲਮ ਅੰਗਰੇਜ਼ ਦੇ ਲੜਕੇ ਨੂੰ ਦਿੱਲੀ ਦੇ ਤਖਤ ਤੇ ਬਿਠਾਇਆ ਸੀ। ਦੂਜੀ ਵਿਸ਼ੇਸ਼ ਗੱਲ ਇਹ ਹੈ ਕਿ ਜਿਸ ਨੂੰ ਤੁਸੀਂ ਵੀ ਆਜ਼ਾਦੀ ਵਾਲਾ ਪੰਥਕ ਮੋਰਚਾ ਕਹੀ ਜਾ ਰਹੇ ਹੋ, ਇਸ ਸੰਘਰਸ਼ ਨਾਲ ਸਿਵਾਏ ਬਦਨਾਮੀ ਦੇ ਹੋਰ ਮਿਲਣਾ ਕੁਝ ਨਹੀਂ ਹੈ। ਇਸ ਨਾਲ ਸਰਕਾਰ ਨੂੰ ਨਹੀਂ ਸਗੋਂ ਸਿੱਖ ਪੰਥ ਨੂੰ ਪਰੇਸ਼ਾਨੀਆਂ ਆਉਣੀਆਂ ਹਨ। ਬੀਬੀ ਇੰਦਰਾ ਦਾ ਕਤਲ ਅਤੇ ਸਿੱਖਾਂ ਦਾ ਸਮੂਹਕ ਕਤਲ ਇੱਕੋ ਸਕੀਮ ਦਾ ਨਤੀਜਾ ਸੀ। ਸਿੱਖਾਂ ਦੀਆਂ ਜਾਨਾਂ, ਜਾਇਦਾਦਾਂ ਅਤੇ ਧੀਆਂ ਭੈਣਾਂ ਦੀ ਪੱਤ ਦਾ ਸਮੂਹਕ ਨਾਸ ਕਰਵਾ ਕੇ ਹਿੰਦ ਸਰਕਾਰ ਨੇ ਸਿੱਖ ਦੇ ਵਕਾਰ ਨੂੰ ਖੇਹ ਵਿੱਚ ਰਲਾਉਣ ਦੀ ਯੋਜਨਾ ਘੜੀ ਹੋਈ ਸੀ। ਪੰਥ ਨੂੰ ਭੁਲੇਖੇ ਵਿੱਚ ਪਾਈ ਰੱਖਣ ਲਈ ਸਿੱਖ ਲੀਡਰਾਂ ਲਈ ਇੱਕ ਹੋਰ ਵਧੀਆ ਨਾਅਰਾ ਲੱਭ ਗਿਆ ਹੈ। ਸਿੱਖਾਂ ਦੀ ਰੁਚੀ ਹੁਣ ਇਸ ਪਾਸੇ ਲਾਈ ਰੱਖਣ ਕਿ ਖਾਲਿਸਤਾਨ ਦੀ ਪ੍ਰਾਪਤੀ ਦੇ ਸੰਘਰਸ਼ ਨਾਲੋਂ ਵੀ ਵੱਧ ਜ਼ਰੂਰੀ ਹੈ ਅਤੇ ਲਾਹੇਵੰਦ ਸੰਘਰਸ਼ ਹੁਣ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਕਰਾ ਕੇ ਦਮ ਲੈਣ ਵਾਲਾ ਹੈ। ਬਸ ਭੋਲੇ ਖਾਲਸੇ ਨੇ ਇਸ ਲਾਰੇ ਪਿੱਛੇ ਲੱਗ ਤੁਰਨਾ ਹੈ ਅਤੇ ਲੀਡਰਾਂ ਦਾ ਹਲਵਾ ਮੰਡਾ ਦਿੱਲੀ ਦੇ ਹੋਟਲਾਂ ਦੇ ਖਰਚ ਅਤੇ ਰੇਲ ਬੱਸਾਂ ਦੇ ਕਿਰਾਇਆਂ ਤੇ ਪੰਥਕ ਖਰਚ ਕਰਨ ਦਾ ਬਹਾਨਾ ਬਣ ਗਿਆ। ਵੇਖ ਲਿਓ, ਦਿੱਲੀ ਸਰਕਾਰ ਨੇ ਕਿਸੇ ਇੱਕ ਵੀ ਕਾਤਲ ਨੂੰ ਹੱਥ ਨਹੀਂ ਪਾਉਣਾ। ਸਰਕਾਰ ਆਪ ਹੀ ਤਾਂ ਦੰਗੇ ਕਰਨ ਵਾਲੀ ਸੀ। ਫਿਰ ਕੋਈ ਮੂਰਖ ਹੀ ਹੋਊ ਜਿਹੜਾ ਇਹ ਸਮਝੇ ਕਿ ਦੰਗਿਆਂ ਦੇ ਦੋਸ਼ੀਆਂ ਨੂੰ ਸਰਕਾਰ ਨੇ ਕੈਦ ਕਰ ਦੇਣਾ ਹੈ। ਜੋ ਹੋਇਆ ਅਤੇ ਜੋ ਅੱਗੇ ਹੋਰ ਹੋਣਾ ਹੈ, ਸਭ ਕੁਝ ਸਿੱਖ ਲੀਡਰਾਂ ਦੀ ਸਲਾਹ ਨਾਲ ਹੀ ਵਾਪਰਨਾ ਹੈ। ਜਿਨ੍ਹਾਂ ਗਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਖਾਲਸਾ ਰਾਜ ਖਤਮ ਕੀਤਾ ਸੀ, ਉਹਨਾਂ ਦੀ ਅੱਜ ਪੰਥ ਵਿੱਚ ਪਰਮਾਰ ਹੈ। ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਅਤੇ ਤੁਹਾਨੂੰ ਗੁਰਮਤਿ ਗਿਆਨ ਵੀ ਪੂਰਾ ਹੈ। ਤੁਹਾਡੀ ਸੇਵਾ ਵਿੱਚ ਦੁਹਾਈ ਹੈ, ਤੁਸੀਂ ਸੁਹਿਰਦਤਾ ਨਾਲ ਕੁਝ ਬੌੜੀ ਕਰੋ। ਦੁਨੀਆ ਦੀ ਹਿਸਟਰੀ ਵਿੱਚ ਇਹ ਪਹਿਲੀ ਮਿਸਾਲ ਹੈ ਕਿ ਕਿਸੇ ਪੇਸ਼ਾਵਰ ਰਾਗੀ ਨੂੰ ਬਹਾਦਰਾਂ ਦੀ ਕੌਮ ਦੀ ਲੀਡਰੀ ਮਿਲੀ ਹੈ। ਸਾਬਤ ਕਰ ਦਿਓ ਕਿ ਇੱਕ ਰਾਗੀ ਵੀ ਵਧੀਆ ਲੀਡਰ ਬਣ ਸਕਦਾ ਹੈ। ਆਪ ਜੀ ਕੋਲ ਰਾਗ ਦਾ ਜਾਦੂ ਹੈ। ਇਸ ਜਾਦੂ ਨੂੰ ਵਰਤ ਕੇ ਸਿੱਖੀ ਦੀ ਕੀਮਤੀ ਪਨੀਰੀ ਨੂੰ ਸਮਝਾਓ ਕਿ ਨਿਰੀ ਗੋਲੀ ਨੇ ਕਦੇ ਵੀ ਕਿਸੇ ਦਾ ਕੁਝ ਨਹੀਂ ਸਵਾਰਿਆ। ਨਿਆਰੀ ਆਭਾ ਵਾਲਾ ਸੁੱਚਾ ਆਚਰਣ, ਤਿਆਗੀ ਸੁਭਾਅ, ਸਹਿਨਸ਼ੀਲਤਾ, ਗੰਭੀਰਤਾ, ਖਿਮਾ, ਹਰ ਸੁਆਸ ਨਾਲ ਪ੍ਰਭੂ ਦੀ ਯਾਦ ਅਤੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਿਹੜਾ ਸੰਘਰਸ਼ ਵਿੱਢਿਆ ਜਾਵੇ, ਉਸ ਵਿੱਚ ਨਾਕਾਮੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਕਿਸੇ ਨੇ ਹੱਥੇ ਅਤੇ ਅਵੇਸਲੇ ਕਮਜ਼ੋਰ ਮਨੁੱਖ ਦੀ ਜਾਨ ਲੈਣੀ ਗੁਰੂ ਦੇ ਹੁਕਮਾਂ ਦੀ ਉਲੰਘਣਾ ਹੈ। ਗੁਰੂ ਦਾ ਤੀਰ ਕੇਵਲ ਉਸ ਜ਼ਾਲਮ ਵੱਲ ਗਿਆ ਜਿਹੜਾ ਆਪਣੀ ਆਤਮਾ ਨੂੰ ਮਾਰ ਚੁੱਕਾ ਹੋਇਆ ਸੀ ਅਤੇ ਮਨੁੱਖਤਾ ਲਈ ਖਤਰਾ ਬਣਿਆ ਹੋਇਆ ਸੀ ਅਤੇ ਕਿਸੇ ਦੂਜੇ ਢੰਗ ਨਾਲ ਬਾਜ਼ ਹੀ ਨਹੀਂ ਆਉਂਦਾ ਸੀ। ਵਿਸ਼ਵਾਸਘਾਤ ਕਰਕੇ ਨਿਹੱਥੇ ਅਤੇ ਤਰਲੇ ਕਰਦੇ ਮਨੁੱਖ ਦੀ ਜਾਨ ਲੈਣੀ ਰੱਬ ਦਾ ਘਰ ਢਾਉਣਾ ਹੈ।
ਗੁਰਬਾਣੀ ਨੇ ਮਨੁੱਖਾ ਸਰੀਰ ਨੂੰ ਹਰਮੰਦਰ ਕਿਹਾ ਹੈ। ਮਨੁੱਖਾ ਦੇਹੀ ਨੂੰ ਸਤਿਗੁਰਾਂ ਨੇ ਪ੍ਰਭੂ ਦਾ ਘਰ ਫਰਮਾਇਆ ਹੈ। ਹਰ ਮੰਦਰ ਹਰ ਜੀਓ ਸਾਜਿਆ, ਮੇਰੇ ਲਾਲ ਜੀਓ ਹਰ ਤਿਸ ਮੈਂ ਰਹਿਆ ਸਮਾਏ ਰਾਮ। ਪੰਨਾ 542। ਹਰ ਕਾ ਮੰਦਰ ਆਖੀਏ ਕਾਇਆ ਕੋਟ ਗੜ, ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ। ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦਿੜ। ਪੰਨਾ 952। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿੰਨੀ ਜਨਮ ਗਵਾਤਾ। 953। ਕਾਇਆ ਮਹਿਲ ਮੰਦਰ ਘਰ ਹਰ ਕਾ, ਤਿਸ ਮੈਂ ਰਾਖੀ ਜੋਤ ਅਪਾਰ। ਪੰਨਾ 1256। ਕਾਇਆ ਨਗਰ ਬਸਤ ਹਰ ਸੁਆਮੀ, ਹਰ ਨਿਰਭਉ ਨਿਰਵੈਰ ਨਿਰੰਕਾਰਾ। ਪੰਨਾ 720। ਜੇ ਅਸੀਂ ਹਰੀ ਦੇ ਮੰਦਰਾਂ ਨੂੰ ਬੇਦਰਦੀ ਨਾਲ ਗਿਰਾ ਰਹੇ ਹਾਂ ਤਾਂ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਵੀ ਇੱਜ਼ਤ ਮਾਣ ਵਾਲਾ ਸੁਤੰਤਰ ਰਾਜ ਕਦੀ ਨਹੀਂ ਮਿਲਣਾ। ਪੇਂਡੂ ਅਖਾਣ ਹੈ ਕਿ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ। ਕਿੱਡੀ ਮੰਦਭਾਗੀ ਘੜੀ ਆਪਣੀ ਹੈ ਕਿ ਗੁਰੂ ਦਾ ਨਿਆਰਾ ਪੰਥ ਦੋਸ਼ੀ ਤਾਂ ਹਿੰਦ ਸਰਕਾਰ ਦੇ ਸੰਚਾਲਕ ਨੂੰ ਮੰਨਦਾ ਹੈ, ਪਰ ਕਤਲ ਕਰੀ ਜਾਂਦਾ ਹੈ ਨਿਰਦੋਸ਼ ਤੇ ਨਿਤਾਣੀ ਪ੍ਰਜਾ ਨੂੰ। ਜਿਤ ਕੀਤਾ ਪਾਈਏ ਆਪਣਾ, ਸਾਕਾਲ ਬੁਰੀ ਕਿਉਂ ਕਾਲੀਏ। ਮੰਦਾ ਮੂਲ ਨਾ ਕੀਚਾਈ, ਦੇ ਲੰਮੀ ਨਦਰ ਨਿਹਾਲੀਏ। ਪੰਨਾ 474। ਸਵੇਰ ਦਾ ਭੁੱਲਾ ਜੇ ਸ਼ਾਮ ਨੂੰ ਘਰ ਪਰਤ ਆਏ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਅੱਜ ਤੱਕ ਦੇ ਤਜਰਬੇ ਨੇ ਇਹੀ ਸਿੱਧ ਕੀਤਾ ਹੈ ਕਿ ਬੰਦੂਕ ਦੀ ਵਰਤੋਂ ਨੇ ਨਮੋਸ਼ੀ, ਸ਼ਰਮਿੰਦਗੀ, ਬਦਨਾਮੀ ਅਤੇ ਤਬਾਹੀ ਦੇ ਸਿਵਾ ਹੋਰ ਕੁਝ ਨਹੀਂ ਦਿੱਤਾ। ਵਿਚਾਰ ਦੀ ਗੱਲ, ਜੇ ਹਿੰਦ ਸਰਕਾਰ ਅਥਵਾ ਇੰਦਰਾ ਸਰਕਾਰ ਨੂੰ ਰੂਸੀ ਮਾਂ ਜੀ ਸਮਝੀ ਰੱਖਣ ਦੇ ਥਾਂ ਉਸ ਨੂੰ ਖਤਰਨਾਕ ਦੁਸ਼ਮਣ ਘੋਸ਼ਿਤ ਕਰ ਦਿੱਤਾ ਗਿਆ ਹੁੰਦਾ ਤਾਂ ਫਿਰ ਦੁਸ਼ਮਣ ਦੀ ਕਿਸੇ ਵਧੀਕੀ ਦਾ ਰੋਸ ਕਿਉਂ ਕਰਨਾ ਹੋਇਆ। ਅਜਿਹੇ ਦੁਸ਼ਮਣ ਨਾਲ ਫਿਰ ਸਾਂਝ ਕਿਸ ਗੱਲ ਦੀ। ਸਰਕਾਰ ਨਾਲੋਂ ਹਰ ਪ੍ਰਕਾਰ ਦੇ ਸੰਬੰਧ ਤੋੜ ਕੇ ਪੂਰਨ ਨਾ ਮਿਲਵਰਤਨ ਦਾ ਸੱਦਾ ਦੇ ਦੇਣਾ ਚਾਹੀਦਾ ਹੈ। ਵਾਹੀਕਾਰ ਸਿੱਖ ਕੇਵਲ ਸਿੱਖਾਂ ਦੇ ਖਾਣ ਜੋਗਾ ਹੀ ਅੰਨ ਪੈਦਾ ਕਰਨ, ਆਪਣੇ ਖੂਹ ਚਾਲੂ ਕਰ ਲੈਣ ਅਤੇ ਮੁੱਢਲੀਆਂ ਢੰਗਾਂ ਨਾਲ ਗੁਜ਼ਾਰਾ ਕਰਨ ਦੀ ਸਾਧਨਾ ਆਰੰਭ ਕਰ ਦੇਣ। ਬਿਜਲੀ, ਪਾਣੀ, ਖਾਦਾਂ ਕਿਸੇ ਪ੍ਰਕਾਰ ਦੀ ਸਰਕਾਰੀ ਸਹਾਇਤਾ ਨਾ ਲਵੋ। ਕੋਈ ਕਿਰਾਇਆ ਜਾਂ ਲਗਾਨ ਨਹੀਂ ਦੇਣਾ। ਸਿੱਖ ਦੀ ਕਮਾਈ ਦਾ ਇੱਕ ਦਾਣਾ ਅਤੇ ਇੱਕ ਪੈਸਾ ਵੀ ਸਰਕਾਰੀ ਖਜ਼ਾਨੇ ਵਿੱਚ ਨਾ ਜਾਵੇ। ਫੌਜ, ਪੁਲਿਸ ਤੋਂ ਆਰੰਭ ਹੋ ਕੇ ਕਿਸੇ ਵੀ ਮਹਿਕਮੇ ਵਿੱਚ ਸਿੱਖ ਨਾ ਰਹੇ। ਵਕੀਲ, ਜੱਜ ਸਾਰੇ ਦੇ ਸਾਰੇ ਤਿਆਗ ਪੱਤਰ ਦੇ ਦੇਣ। ਹਿੰਦੂ ਨੂੰ ਅਥਵਾ ਸਾਰੀ ਜਨਤਾ ਨੂੰ ਆਪਣੀ ਹਮਦਰਦ ਸਮਝੋ। ਦੁਸ਼ਮਣ ਸਿਰਫ ਸਰਕਾਰ ਹੈ। ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਆਪਣਾ ਆਚਰਣ ਉਹੀ ਬਣਾਓ ਜਿਸ ਤੇ ਚੱਲ ਕੇ ਸਿੰਘਾਂ ਨੇ ਸ਼ਕਤੀਸ਼ਾਲੀ ਰਾਜ ਬਣਾ ਲਿਆ ਸੀ। ਦਫ਼ਤਰਾਂ ਦੇ ਘਿਰਾਓ ਯੋਜਨਾਬੱਧ ਢੰਗ ਨਾਲ ਕੀਤੇ ਜਾਣ। ਬੱਸਾਂ, ਰੇਲਾਂ ਆਦਿ ਦਾ ਕੋਈ ਕਿਰਾਇਆ ਨਾ ਦਈਏ। ਕਿਸੇ ਬਹਾਨੇ ਨਾਲ ਜੇ ਸਰਕਾਰ ਸਖਤੀ ਤੇ ਉਤਰ ਆਵੇ ਤਾਂ ਵਾਹਿਗੁਰੂ ਸਤਨਾਮ ਦਾ ਜਾਪ ਕਰਦੇ, ਚਰਖੜੀਆਂ ਤੇ ਚੜ੍ਹਨ ਨੂੰ, ਬੰਦ ਕਟਵਾਉਣ ਨੂੰ, ਖੋਪਰੀਆਂ ਲਹਾਉਣ ਨੂੰ, ਆਰਿਆਂ ਨਾਲ ਚੀਰੇ ਜਾਣ ਨੂੰ, ਉਬਲਦੀਆਂ ਦੇਗਾਂ ਵਿੱਚ ਬੈਠਣ ਨੂੰ ਤਿਆਰ ਹੋ ਜਾਈਏ। ਮੰਦਾ ਸ਼ਬਦ ਕਿਸੇ ਲਈ ਵੀ ਨਹੀਂ ਵਰਤਣਾ। ਮੰਦਾ ਕਿਸੇ ਨਾ ਆਖ, ਇੱਕ ਫਿੱਕਾ ਨਾ ਗਲਾਏ, ਕਿਉਂਕਿ ਫਿੱਕਾ ਬੋਲ ਵੇ ਗੁੱਚਣਾ। ਇਹਨਾਂ ਗੁਰੂ ਹੁਕਮਾਂ ਨੂੰ ਕਦੇ ਨਾ ਭੁੱਲੀਏ। ਹੱਸਦੇ ਖਿੜਦੇ ਸ਼ਬਦ ਗਾਉਂਦੇ ਸ਼ਹੀਦੀਆਂ ਦੀ ਝੜੀ ਲਾ ਦਈਏ। ਕਿਸੇ ਨੂੰ ਜਾਨੋਂ ਮਾਰ ਦੇਣਾ ਘਟੀਆ ਕਿਸਮ ਦੀ ਬੁਜ਼ਦਿਲੀ ਅਥਵਾ ਨੀਚ ਜ਼ਾਲਮਾਂ ਲਈ ਕਾਇਰਤਾ ਹੈ। ਪਰ ਤਸੀਹੇ ਸਹਾਰਦਿਆਂ ਹੋਇਆਂ ਮੌਤ ਨੂੰ ਜੀ ਆਇਆਂ ਆਖਣਾ ਅਦੁੱਤੀ ਸੂਰਮਤਾਈ ਹੈ ਅਤੇ ਅਜਿਹੇ ਸ਼ਹੀਦਾਂ ਦੇ ਲੋਕ ਸੋਹਲੇ ਗਾਉਂਦੇ ਹਨ। ਪੰਥ ਦੇ ਇਸ ਫੈਸਲੇ ਦੇ ਵਿਰੋਧੀ ਹੋ ਕੇ ਸਰਕਾਰੀ ਬਣ ਜਾਣ ਵਾਲੇ ਸਿੱਖ ਨੂੰ ਪੂਰੀ ਪੜਤਾਲ ਉਪਰੰਤ ਪੰਥ ਦੀ ਮੋਰਚਾ ਕੌਂਸਲ ਪੰਥਕ ਗਦਾਰ ਘੋਸ਼ਿਤ ਕਰ ਦੇਵੇ ਅਤੇ ਉਹ ਆਪਣੇ ਪਰਿਵਾਰ ਸਮੇਤ ਅਜੋਕੇ ਬੰਦੂਕਧਾਰੀਆਂ ਦੀ ਕਚਹਿਰੀ ਵਿੱਚ ਪੇਸ਼ ਕਰ ਦਿੱਤਾ ਜਾਵੇ। ਆਪਣੀ ਕੌਮ ਨਾਲ ਗਦਾਰੀ ਕਰਨ ਵਾਲੇ ਨੀਚਾਂ ਨੂੰ ਕੀ ਸਜ਼ਾ ਮਿਲੀ, ਇਸ ਬਾਰੇ ਸੋਚਣ ਦੀ ਕਿਸੇ ਨੂੰ ਪਰਵਾਹ ਨਹੀਂ ਹੋਣੀ। ਫਿਰ ਜੇ ਕਦੇ ਸਰਕਾਰ ਵੱਲੋਂ ਸੁਲ੍ਹਾ ਕਰਨ ਲਈ ਪੰਥਕ ਜਥੇਦਾਰ ਨੂੰ ਸੱਦਾ ਮਿਲੇ ਤਾਂ ਉਸ ਦਾ ਇੱਕੋ ਉੱਤਰ ਹੋਵੇ, ਤੁਸੀਂ ਬੇਇਤਬਾਰੇ ਦੁਸ਼ਮਣ ਹੋ, ਅਸੀਂ ਤੁਹਾਡੇ ਨਾਲ ਨਹੀਂ ਰਹਿ ਸਕਦੇ।
ਸਾਨੂੰ ਸਾਰਿਆਂ ਨੂੰ ਜਾਂ ਮਾਰ ਦਿਓ ਜਾਂ ਸਾਡੇ ਹਿੱਸੇ ਦਾ ਥਾਂ ਵੱਖਰਾ ਕਰ ਦਿਓ ਆਦਿ। ਅੰਦਰ ਖਾਤੇ ਜਾਂ ਦਿੱਲੀ ਜਾ ਕੇ ਗਿੱਟ-ਮਿੱਟ ਕਰਨ ਵਾਲਾ ਲੀਡਰ ਪੰਥਕ ਗਦਾਰ ਮੰਨਿਆ ਜਾਵੇ ਅਤੇ ਜੁਝਾਰੂਆਂ ਦੇ ਹਵਾਲੇ ਹੋਵੇ। ਵੱਧ ਤੋਂ ਵੱਧ 1 ਸਾਲ ਵਿੱਚ ਪੰਥ ਦਾ ਮਸਲਾ ਸਦਾ ਲਈ ਹੱਲ ਹੋ ਸਕਦਾ ਹੈ, ਪਰ ਇਹ ਕਦਮ ਤਦ ਪੁੱਟੋ ਜਦ ਪੰਥ ਨੂੰ ਇਸ ਸੰਘਰਸ਼ ਲਈ ਸਦਾ ਵਾਸਤੇ ਤਸੀਹੇ ਝੱਲ ਸਕਣ ਲਈ ਤਿਆਰ ਕਰ ਲਵੋ। ਸ਼ਿਕਾਰ ਭਾਵੇਂ ਗਿੱਦੜ ਦਾ ਕਰਨਾ ਹੋਵੇ, ਪਰ ਤਿਆਰੀ ਸ਼ੇਰ ਦੇ ਸ਼ਿਕਾਰ ਦੀ ਕਰਨੀ ਚਾਹੀਦੀ ਹੈ। ਫਿਰ ਇਹਨਾਂ ਬੰਦੂਕਧਾਰੀ ਸੂਰਮਿਆਂ ਦੀਆਂ ਕੁਰਬਾਨੀਆਂ ਨਾਲ ਪੰਥ ਵਿੱਚ ਇਤਫਾਕ ਵੀ ਆਪਣੇ ਆਪ ਹੋ ਜਾਣਾ ਹੈ। ਸਿੰਘ ਸਾਹਿਬ ਵਰਤੋ ਆਪਣੇ ਰਾਗ ਦਾ ਅਤੇ ਭਾਸ਼ਣ ਦੇਣ ਦੀ ਕਲਾ ਦਾ ਜਾਦੂ। ਮਿਲਾਓ ਆਪਣੇ ਨਾਲ ਸੁਲਝੇ ਰਾਗੀ, ਦਿਲਬਰ ਵਰਗੇ ਢਾਡੀ ਅਤੇ ਪੰਥਕ ਪਿਆਰ ਵਾਲੇ ਬੁਲਾਰੇ। ਭਰ ਦਿਓ ਪੰਥ ਵਿੱਚ ਪੁਰਾਤਨ ਸਿੰਘਾਂ ਵਾਲੀ ਦ੍ਰਿੜਤਾ ਅਤੇ ਜੋੜ ਦਿਓ ਇਹਨਾਂ ਨੂੰ ਗੁਰਮਤਿ ਸਿਧਾਂਤ ਨਾਲ। ਅੱਜ ਜਦ ਕਿ ਪੰਥਕ ਤਾਣੀ ਬੁਰੀ ਤਰ੍ਹਾਂ ਉਲਝ ਚੁੱਕੀ ਹੈ, ਜੇ ਤੁਸੀਂ ਪੰਥ ਨੂੰ ਅਜਿਹਾ ਮੋੜ ਦੇਣ ਵਿੱਚ ਸਫਲ ਹੋ ਜਾਵੋ ਤਾਂ ਫਿਰ ਇਹ ਪਹਿਲੇ ਅਤੇ ਆਖਰੀ ਰਾਗੀ ਜਥੇਦਾਰ ਦੀ ਅਲੋਕਾਰ ਕਰਾਮਾਤ ਹੋਵੇਗੀ। ਗੁਰੂ ਨਾਨਕ ਜੀ ਦੀ ਵਡਮੁੱਲੀ ਸੇਵਾ ਹੋਵੇਗੀ। ਤੁਹਾਡਾ ਨਾਮ ਸਿੱਖੀ ਦੇ ਇਤਿਹਾਸ ਵਿੱਚ ਸਵਰਨ ਅੱਖਰਾਂ ਨਾਲ ਲਿਖਿਆ ਜਾਵੇਗਾ। ਦਾਸ ਆਪਣਾ ਇਹ ਪੱਤਰ ਡਬਲ ਰਜਿਸਟਰੀ ਰਾਹੀਂ ਆਪ ਜੀ ਦੀ ਸੇਵਾ ਵਿੱਚ ਭੇਜ ਰਿਹਾ ਹੈ। ਡਰ ਹੈ ਕਿ ਕਿਤੇ ਸਰਕਾਰੀ ਸੈਂਸਰ ਦੀ ਕੈਂਚੀ ਦੀ ਭੇਟਾ ਨਾ ਹੋ ਜਾਵੇ। ਆਪ ਤੱਕ ਇਹ ਪੱਤਰ ਪਹੁੰਚਾ ਸਕਣ ਲਈ ਇਸ ਦੇ ਉਤਾਰੇ ਅਖਬਾਰਾਂ ਨੂੰ ਵੀ ਭੇਜ ਰਿਹਾ ਹਾਂ। ਜੇ ਪੜ੍ਹ ਲਵੋ ਤਾਂ ਭੁਲੇਖੇ ਦੂਰ ਕਰ ਦੇਣ ਦੀ ਕਿਰਪਾਲਤਾ ਕਰ ਦੇਣੀ ਜੀ। ਗੁਰੂ ਪੰਥ ਦਾ ਦਾਸ ਗੁਰਬਖਸ਼ ਸਿੰਘ, 1210 ਟੋਪੈਜ਼, ਵਿਕਟੋਰੀਆ, BC, ਕੈਨੇਡਾ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 29ਵਾਂ, ਚੌਥੇ ਕਾਂਡ ਦਾ 8ਵਾਂ ਭਾਗ। ਲੇਖਕ ਗੁਰਬਖਸ਼ ਸਿੰਘ ਕਾਲਾ, ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।